संत का निंदक महा अतताई। अतताई का मतलब हुंदा है अत चुकण वाला, ਜਿਹੜਾ ਕਿਸੇ ਨਾ ਕਿਸੇ ਦੇ ਉੱਤੇ ਕੋਈ ਨਾ ਕੋਈ ਵਧੀਕੀ ਕਰਦਾ ਰਵੇ ਉਹਨੂੰ ਅਤਤਾਈ ਕਹਿੰਦੇ ਨੇ। ਜਿਵੇਂ ਅੱਤਵਾਦੀ, ਅਤਤਾਈ, ਅੱਤ ਚੁੱਕਣ ਵਾਲਾ, ਦੂਜਿਆਂ ਦੇ ਉੱਤੇ ਵਧੀਕੀ ਕਰਨ ਵਾਲਾ। ਜੋ ਗੁਰੂ ਦਾ ਨਿੰਦਕ ਹੈ, ਯਾਨੀ ਗੁਰੂ ਦੇ ਮਤ ਤੋਂ ਜੋ ਉਲਟ ਹੈ, ਗਿਆਨ ਗੁਰੂ ਦੀ ਅਗਵਾਈ ਵਿੱਚ ਜੋ ਜ਼ਿੰਦਗੀ ਨਹੀਂ ਜੀ ਰਿਹਾ, ਉਹ ਹਮੇਸ਼ਾ ਹੀ ਅੱਤ ਚੁੱਕੀ ਰੱਖਦਾ ਹੈ। ਉਹ ਕਿਸੇ ਨਾ ਕਿਸੇ ਦੇ ਉੱਤੇ ਕੋਈ ਨਾ ਕੋਈ ਵਧੀਕੀ ਕਰਦਾ ਰਹੇਗਾ। ਤੇ ਵਧੀਕੀ ਕਈ ਕਿਸਮ ਦੀ ਹੋ ਸਕਦੀ ਹੈ। ਜਿਵੇਂ ਦੇਖਦੇ ਹਾਂ ਅਸੀਂ ਕਿਸੇ ਦੇ ਧਰਮ ਦੇ ਉੱਤੇ, ਜਿਵੇਂ ਔਰੰਗਜ਼ੇਬ ਦੇ ਟਾਈਮ ਦੇ ਵਿੱਚ ਵੇਖਦੇ ਹਾਂ ਕਿ ਉਹਨੇ ਦੂਜੇ ਧਰਮਾਂ ਦੇ ਉੱਤੇ ਬੈਨ ਹੀ ਲਗਾ ਦਿੱਤਾ ਕਿ ਨਵੇਂ ਮੰਦਿਰ ਨਾ ਬਣਾਏ ਜਾਣ, ਪੁਰਾਣਿਆਂ ਦੀ ਮੁਰੰਮਤ ਨਾ ਕਰਾਈ ਜਾਏ, ਜਾਂ ਤੁਸੀਂ ਇਸ ਧਰਮ ਦੇ ਵਿੱਚ ਹੀ ਆਓਗੇ। ਤਾਂ ਇਹੋ ਜਿਹੀ ਅੱਤ ਚੁੱਕਣੀ, ਔਰ ਰਾਜਨੀਤਿਕ ਤੌਰ ਤੇ ਜਿਹੜੀ ਹੈ ਅੱਤ ਚੁੱਕ ਲੈਣੀ, ਜਿਵੇਂ ਜਨਤਾ ਦੇ ਖਿਲਾਫ ਆ, ਤੁਸੀਂ 2 ਮਿੰਟ ਪਹਿਲਾਂ ਵਿਚਾਰ ਕਰ ਰਹੇ ਸੀ। ਜਾਂ ਰਿਸ਼ਤੇਦਾਰਾਂ, ਸਮਾਜ ਦੇ ਅੰਦਰ ਅੱਤ ਚੁੱਕੀ ਰੱਖਣੀ, ਦੁਖੀ ਕਰਨਾ, ਪੜੋਸੀਆਂ ਨੂੰ ਦੁਖੀ ਕਰਨਾ, ਕਿਸੇ ਨਾ ਕਿਸੇ ਦੀ ਵਧੀਕੀ ਕਰਨੀ, ਕਿਸੇ ਵੀ ਕਿਸਮ ਦੀ। ਤਾਂ ਜੋ ਗੁਰਮਤ ਤੋਂ ਉਲਟ ਚੱਲੇਗਾ ਉਹ ਹਮੇਸ਼ਾ ਅੱਤ ਚੁੱਕੇਗਾ ਔਰ ਉਹ ਕਿਸੇ ਨਾ ਕਿਸੇ ਦੇ ਉੱਤੇ ਵਧੀਕੀ ਕਰੇਗਾ। ਬਿਨਾਂ ਸ਼ੱਕ ਤੋਂ ਵਧੀਕੀਆਂ ਉਹ ਕਰਦਾ ਹੈ, ਪਰ ਗੁਰੂ ਜੀ ਕਹਿੰਦੇ ਨੇ ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ। ਜੋ ਗੁਰੂ ਤੋਂ ਬੇਮੁਖ ਹੈ, ਨਿੰਦਕ ਹੈ ਗੁਰੂ ਦਾ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜਿੰਦਾ, ਉਹ ਆਰਾਮ ਦੇ ਨਾਲ ਨਹੀਂ ਬਹਿ ਸਕਦਾ, ਉਹਨੂੰ ਕਦੇ ਟਿਕਾਵ ਨਹੀਂ ਮਿਲਦਾ। ਟਿਕਣ ਨਾ ਪਾਈ ਦਾ ਮਤਲਬ ਉਹਦਾ ਮਨ ਇੱਕ ਪਲ ਵਾਸਤੇ ਵੀ ਟਿਕਦਾ ਨਹੀਂ ਹੈ, ਉਹਦੇ ਜੀਵਨ ਦੇ ਅੰਦਰ ਖੁਸ਼ੀ ਨਹੀਂ ਹੁੰਦੀ, ਪ੍ਰਸੰਨਤਾ ਨਹੀਂ ਹੁੰਦੀ, ਕਿਉਂਕਿ ਜਿਸ ਨੇ ਹਮੇਸ਼ਾ ਅੱਤ ਹੀ ਚੁੱਕੀ ਰੱਖਣੀ ਹੈ, ਲੋਕਾਂ ਦੇ ਉੱਤੇ ਵਧੀਕੀਆਂ ਹੀ ਕਰਨੀਆਂ ਨੇ, ਤਾਂ ਉਹਦੇ ਮਨ ਦੇ ਅੰਦਰ ਸ਼ਾਂਤੀ ਨਹੀਂ ਰਹੇਗੀ। ਉਹਦਾ ਕੋਈ ਜੀਵਨ ਦਾ ਚੰਗਾ ਗੋਲ ਏਮ ਨਹੀਂ ਹੁੰਦਾ, ਇਸ ਲਈ ਉਹ ਪਲ ਵਾਸਤੇ ਵੀ ਉਹਨੂੰ ਟਿਕਾਵ ਨਹੀਂ ਮਿਲਦਾ, ਉਹਦੇ ਜੀਵਨ ਦੇ ਅੰਦਰ ਸ਼ਾਂਤੀ ਨਹੀਂ ਹੁੰਦੀ। ਸੰਤ ਕਾ ਨਿੰਦਕ ਮਹਾ ਹਤਿਆਰਾ। ਹਤਿਆਰਾ ਦਾ ਮਤਲਬ ਹੱਤਿਆ ਕਰਨ ਵਾਲਾ, ਤੇ ਹੱਤਿਆ ਦਾ ਮਤਲਬ ਕੇਵਲ ਕਿਸੇ ਬੰਦੇ ਨੂੰ ਕਤਲ ਕਰਨਾ ਹੀ ਨਹੀਂ ਹੁੰਦਾ। ਹੱਤਿਆ ਜਿਹੜੀ ਹੈ, ਕਤਲ ਕਰਨਾ ਤੇ ਹੈ ਹੀ, ਉਹ ਤੇ ਹੱਤਿਆ ਦਾ ਸਾਨੂੰ ਪਤਾ ਹੀ ਹੈ। ਹੱਤਿਆ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਨੂੰ ਦੁਖੀ ਕਰਨਾ, ਕਿਸੇ ਦੀਆਂ ਅਸੀਂ ਸ਼ੁਭ ਭਾਵਨਾਵਾਂ ਦਾ ਵੀ ਕਤਲ ਕਰ ਦਿੰਦੇ ਹਾਂ। ਆਪਣੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹਾਂ, ਦੂਜੇ ਦੀਆਂ ਭਾਵਨਾਵਾਂ ਦਾ ਅਸੀਂ ਕਤਲ ਕਰ ਦਿੰਦੇ ਹਾਂ। ਤਾਂ ਇੱਥੇ ਹਤਿਆਰਾ ਦਾ ਮਤਲਬ ਹੈ ਜ਼ਾਲਮ। ਜੋ ਗੁਰੂ ਦਾ ਨਿੰਦਕ ਹੈ, ਜੋ ਗੁਰੂ ਗਿਆਨ ਤੋਂ ਹੀਣਾ ਹੈ, ਸਖਣਾ ਹੈ, ਉਹ ਜ਼ਾਲਮ ਬਣ ਜਾਂਦਾ, ਔਰ ਕੋਈ ਨਾ ਕੋਈ ਉਹ ਜ਼ੁਲਮ ਢਾਂਦਾ ਰਹੇਗਾ। ਚਾਹੇ ਉਹ ਬੱਚਿਆਂ ਤੇ ਹੀ ਜ਼ੁਲਮ ਕਰੇ, ਪਤਨੀ ਤੇ ਜ਼ੁਲਮ ਕਰੇ, ਪਤੀ ਤੇ ਜ਼ੁਲਮ ਕਰੇ, ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਤੇ ਕਰੇ, ਜਾਂ ਉਹ ਕਤਲੋ ਗਾਰਤ ਕਰੇ, ਜਾਂ ਉਹ ਕਿਸੇ ਵੀ ਕਿਸਮ ਦਾ ਵਧੀਕੀਆਂ ਕਰੇ, ਤਾਂ ਉਹ ਬੰਦਾ ਜ਼ਾਲਮ ਬਣ ਜਾਂਦਾ ਹੈ। ਜੋ ਗਿਆਨ ਦੀ ਸਹੀ ਵਰਤੋਂ ਨਹੀਂ ਕਰਦਾ, ਜਿਸ ਨੇ ਗੁਰੂ ਤੋਂ ਜੀਵਨ ਜਾਚ ਨਹੀਂ ਸਿੱਖੀ, ਉਹ ਹਤਿਆਰਾ ਹੁੰਦਾ ਹੈ, ਦੂਜਿਆਂ ਦੀਆਂ ਭਾਵਨਾਵਾਂ ਦਾ ਵੀ ਕਤਲ ਕਰਦਾ ਹੈ, ਔਰ ਉਹ ਜ਼ਾਲਮ ਬਣ ਜਾਂਦਾ। ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ। ਮਾਰਾ ਦਾ ਮਤਲਬ ਮਾਰਿਆ ਹੋਇਆ। ਜਿਹੜਾ ਗੁਰੂ ਦਾ ਨਿੰਦਕ ਹੈ ਉਹ ਰੱਬ ਵੱਲੋਂ ਮਾਰਿਆ ਹੁੰਦਾ ਹੈ। ਮਾਰਿਆ ਦਾ ਮਤਲਬ ਇਹ ਨਹੀਂ ਕਿ ਉਹਦਾ ਸਰੀਰ ਮਰ ਜਾਂਦਾ ਹੈ, ਅਸਲ 'ਚ ਉਹਦੀ ਜ਼ਮੀਰ ਮਰ ਗਈ ਹੁੰਦੀ ਹੈ। ਅਸੀਂ ਕਹਿੰਦੇ ਨਾ ਇਹ ਤਾਂ ਰੱਬ ਦਾ ਫਟਕਾਰਿਆ ਹੈ, ਇਹ ਤਾਂ ਰੱਬ ਵੱਲੋਂ ਮਾਰਿਆ ਹੋਇਆ ਹੈ, ਇਹਨੂੰ ਤਾਂ ਮਾਰ ਵੱਗੀ ਪਈ ਹੈ, ਅਸੀਂ ਰੱਬੀ ਮਾਰ ਵੱਗ ਗਈ, ਅਸੀਂ ਗੱਲ ਕਹਿੰਦੇ ਹਾਂ ਨਾ। ਤਾਂ ਐਸਾ ਜਿਹੜਾ ਇਨਸਾਨ ਹੈ, ਗੁਰੂ ਦਾ ਨਿੰਦਕ ਹੈ, ਉਹ ਰੱਬ ਵੱਲੋਂ ਫਿਟਕਾਰਿਆ ਹੁੰਦਾ ਹੈ, ਫਿਟਕਿਆ ਹੋਇਆ ਹੁੰਦਾ ਹੈ। ਭਾਵ ਉਹਦੀ ਜ਼ਮੀਰ ਮਰ ਜਾਂਦੀ ਹੈ, ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਉਹਦੇ ਅੰਦਰੋਂ ਚੰਗੀ ਜਿਹੜੀ ਸੂਝ ਬੂਝ ਹੈ ਉਹ ਖਤਮ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਉਹ ਆਤਮਕ ਮੌਤੇ ਮਰ ਜਾਂਦਾ ਹੈ, ਆਤਮਕ ਮੌਤ ਸਹਿੜ ਲੈਂਦਾ ਹੈ। ਸੰਤ ਕਾ ਨਿੰਦਕ ਰਾਜ ਤੇ ਹੀਨ। ਹੀਨ ਦਾ ਮਤਲਬ ਵਾਂਝਾ, ਔਰ ਰਾਜ ਦਾ ਮਤਲਬ ਜਿਹੜੇ ਉੱਚੇ ਅਧਿਕਾਰ ਨੇ। ਜੋ ਗੁਰੂ ਦਾ ਨਿੰਦਕ ਹੈ ਉਹ ਰਾਜ ਤੋਂ ਹੀਣਾ ਹੁੰਦਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲ ਰਹੇ ਨੇ ਕਿ ਉਹ ਸਾਰੇ ਰਾਜੇ ਬਾਦਸ਼ਾਹ ਬਣ ਜਾਂਦੇ ਨੇ, ਦੇਸ਼ ਦਾ ਪ੍ਰਧਾਨ ਮੰਤਰੀ ਤੇ ਇੱਕ ਨਹੀਂ ਬਣਨਾ ਹੈ। ਇੱਥੇ ਰਾਜ ਦਾ ਭਾਵ ਹੈ ਦੁਨੀਆ ਦੇ ਜਿਹੜੇ ਸੁੱਖ ਨੇ, ਜਿਹੜਾ ਇਹਦਾ ਭਾਵ ਅਰਥ ਬਣੇਗਾ। ਰਾਜ ਤੇ ਹੀਨ, ਰਾਜ ਤੋਂ ਵਾਂਝਿਆ, ਦੁਨੀਆ ਦੇ ਸੁੱਖਾਂ ਤੋਂ ਵਾਂਝਾ ਰਹਿ ਜਾਂਦਾ ਹੈ। ਨਾ ਉਹਦੇ ਮਨ 'ਚ ਮਾਨਸਿਕ ਸ਼ਾਂਤੀ ਹੈ, ਨਾ ਆਤਮਿਕ ਸ਼ਾਂਤੀ ਹੈ,
ना ही वो बौद्धिक तौर पर कोई ज्ञान हासिल कर सकता है। इस तरह वो अपनी जिहड़ी पातशाही गवा लैंदा है, अधिकारां तो डिग पैंदा है, वो जिहड़े उहदे अधिकार सी उहनूं वो भी नहीं मिलदे, यानी दुनियावी सुखां तो वो वांझा रह जांदा है। जिहड़ा राज हासिल कर सकदा सी उस राज तो वांझा रह जांदा है। जिवें असीं चंगे काम जे करीए तां असीं एक दूजे दे दिलां ते राज कर सकदे हां, सानूं मान सत्कार मिल सकदा है। पर जे असीं काम ही माड़े करीए तां असीं लोकां दे दिल तो डिग पवांगे, लोकां दे दिलां दे दरवाजे साडे वास्ते बंद हो जाणगे। संत का निंदक दुखिया और दीन, दीन का मतलब कंगाल आतर। जो गुरु का निंदक है वो दुखी रहिंदा है और कंगाल रहिंदा है। ਇਹਦਾ मतलब ये नहीं है कि दुनिया के धन तो कंगाल हो जाता है। दुनिया का धन उहदे कोल साडे नालों ज्यादा हो सकता है, क्योंकि उन्हें ठगियां मारनियां ने, 2 नंबर के धंधे भी करने ने, उन्हें डाका मारन तो भी संकोच नहीं करना, किसी की प्रॉपर्टी भी दबा लेनी। इस तरह उहदे कोल दुनिया का धन तो वाधू हो सकता है। पर असली दीन कौन है, जिन्होंने गुरबाणी विच दीन आख्या, कहो कबीर निर्धन है सोई जाके हृदय नाम ना हुई। जिदे अंदर इंसानियत नहीं है, जिदे अंदर दया नहीं, जिदे अंदर प्यार मुहब्बत नहीं, इन्हां चीज़ां वालों वो दीन है। और जिदे अंदर ये गुण नहीं होणगे वो दुखी भी होएगा, क्योंकि जिथे गुण नहीं अवगुण ने उत्थे दुख होना लाजमी है। तो इस तरह जो गुरु का निंदक है, गुरु तो उल्ट चलने वाला है, गुरु के सिद्धांतों की बदखोई करने वाला है, वो इंसान दुखी भी होएगा और वो बंदा दीन भी होएगा, आतर भी होएगा। संत के निंदक को सर्व रोग, सर्व रोग का मतलब सारे रोग। जिहड़ा गुरु का निंदक है उन्होंने सारे रोग आके घेरदे ने। हुण इत्थे इहदा मतलब ये नहीं है कि गुरु के निंदक नूं बुखार चढ़ जाता है, जां उहनूं टीबी हो जाती है, जां कैंसर हो जाता है। इन्हां रोगों की गल नहीं है। काम क्रोध लोभ आदि ये सारे रोग ने। निंदा एक बहुत वड्डा अपने आप दे विच ही रोग है। हंकार एक बहुत वड्डा रोग है, होमे दीर्घ रोग है। वो इनफीरियोरिटी कॉम्पलैक्स या सुपीरियोरिटी कॉम्पलैक्स का शिकार हो जाता है, वो परसनैलिटी डिसऑर्डर का शिकार हो जाता है, मानसिक रोगों का शिकार हो जाता है, विकारां का शिकार हो जाता है। सारे रोग उस बंदे नूं आ घेरदे ने जो गुरु का निंदक है, जो गुरु ज्ञान मुताबिक जिंदगी नहीं जींदा। हुण जिस बंदे दे अंदर कॉमन सेंस नहीं, जिहदे कोल विवेक बुद्ध नहीं कि किहड़ी चीज़ चंगी है माड़ी है, नफा नुकसान है, तो वह चंगे पासे सोचेगा ही नहीं। उसकी जिंदगी के अंदर बुराइयां आ जाणगियां ते वो बुराइयां दे जिहड़े रोग ने उस इंसान नूं घेर लैणगे। संत के निंदक को सदा विजोग, विजोग का मतलब विछोड़ा। जिहड़ा गुरु का निंदक है ਉਹਦਾ ਰੱਬ ਦੇ ਨਾਲੋਂ हमेशा विछोड़ा ਪਿਆ ਰਹਿੰਦਾ है। गुरु नालों तो विछोड़ा है ही है, ਉਹਦਾ ਰੱਬ ਨਾਲੋਂ भी विछोड़ा ਪਿਆ ਰਹਿੰਦਾ है। अंदर वसदा रब ते ਉਹਦੇ ਨਾਲੋਂ ਉਹ ਟੁੱਟਿਆ ਰਹਿੰਦਾ है। जर्रे जर्रे ਦੇ अंदर समाया होया रब ਉਹਦੇ ਨਾਲੋਂ ਉਹ ਟੁੱਟਿਆ ਰਹਿੰਦਾ है। और ये दुनिया ਦੇ ਵਿੱਚ मनुखी जिंदगी का सब तो वड्डा दुखांत है। जल थल महीयल पूरिया रविया विच वना, सो प्रभ चित ना आवई कितड़ा दुख गणा। कि जिहड़ा जलां थलां धरती आकाश जीव जंता दे अंदर समाया होया है, जर्रे जर्रे विच समाया होया है, ते ओ मैनूं दिसे ही ना, ਉਹਦੇ नाल मेरा संबंध ही ना बने, तो इस तो वड्डा दुख की हो सकता है। कि जो जर्रे जर्रे विच समाया होवे ते ओ चेत विच ही ना आवे, ਉਹਦੇ नाल संबंध ही ना बने, ਉਹਦੇ दर्शन ही ना होण, ਉਹਨੂੰ ਅਸੀਂ ਵੇਖ ही ना सकीए, अनुभव ना कर सकीए जो सारे सुखां दा मूल है, तो ਇਹਦੇ नालों वड्डा दुख की हो सकता है। और हकीकत है जे असीं गुरबाणी नूं समझीए ना, जिवें असीं रोज विचार कर रहे हैं और गुरबाणी ते अमल कर लवीए, जिवें जेते औरत मर्दां साजे ये सब रूप तुम्हारे, कबीर पूंगरा राम अल्लाह का सब गुर पीर हमारे। कि जिन्नियां भी इस जगत विच मानयोग औरतां ने, जिन्ने भी मानयोग पुरुष ने, हे रब्बा ये सारे तेरा ही रूप ने।
ਇਹਨਾਂ ਸਾਰਿਆਂ ਵਿੱਚ ਤੂੰ ਹੀ ਵਸਦਾ ਹੈ। ਹੁਣ ਜੇ ਅਸੀਂ ਇਸ ਗੱਲ ਨੂੰ ਮੰਨ ਲਈਏ ਔਰ ਇਸ ਤੇ ਅਮਲ ਕਰੀਏ, ਹਰ ਔਰਤ ਦਾ ਅਸੀਂ ਰੱਬ ਜੀ ਨਾਲ ਸਤਿਕਾਰ ਕਰੀਏ, ਹਰ ਪੁਰਸ਼ ਦਾ ਰੱਬ ਜੀ ਨਾਲ ਸਤਿਕਾਰ ਔਰ ਪ੍ਰੇਮ ਕਰੀਏ ਇੱਕ ਦੂਜੇ ਨਾਲ, ਤਾਂ ਦੇਖੋ ਕਿੰਨੀ ਸੁੰਦਰ ਜ਼ਿੰਦਗੀ ਬਣ ਜਾਏਗੀ ਨਾ। ਲੇਕਿਨ ਅਸੀਂ ਐਸਾ ਕਰ ਨਹੀਂ ਪਾਏ, ਤਾਂ ਜੇ ਕਰ ਨਹੀਂ ਪਾਏ ਤਾਂ ਫਿਰ ਗੁਰੂ ਦੀ ਨਿੰਦਕ ਹੀ ਹੋਏ ਨਾ, ਵਿਛੋੜਾ ਹੀ ਹੋਇਆ ਨਾ ਗੁਰੂ ਤੋਂ। ਵਿਛੋੜਾ ਐਸੇ ਕਰਕੇ ਨਾ ਕਿ ਗੁਰੂ ਦੀ ਗੱਲ ਹੀ ਨਹੀਂ ਮੰਨੀ, ਬਾਬਿਆਂ ਦੀ ਮੰਨ ਲਈ, ਦਸਮ ਦੁਆਰ ਵਿੱਚ ਪ੍ਰਵਾਨ ਚੜਾਉਣ ਦੀ ਜਾਂ ਹੋਰ ਚੀਜ਼ਾਂ ਮੰਨ ਲਈਆਂ, ਪਰ ਗੁਰੂ ਦੀ ਗੱਲ ਤੇ ਵਿਸ਼ਵਾਸ ਨਹੀਂ ਆਇਆ ਨਾ, ਤਾਂ ਕਰਕੇ ਇਹ ਵਿਛੋੜਾ ਹੈ। ਗੁਰੂ ਨਾਲੋਂ ਵੀ ਵਿਛੋੜਾ, ਰੱਬ ਨਾਲੋਂ ਵੀ ਵਿਛੋੜਾ। ਤੇ ਜਿੱਥੇ ਗਿਆਨ ਦੇ ਅਣਹੋਂਦ ਕਰਕੇ ਗੁਰੂ ਪ੍ਰਭੂ ਨਾਲੋਂ ਵਿਛੋੜਾ ਹੋਏਗਾ, ਉੱਥੇ ਇਨਸਾਨੀਅਤ ਨਾਲੋਂ ਵੀ ਵਿਛੋੜਾ ਹੋ ਜਾਏਗਾ। ਇਨਸਾਨ ਹੁੰਦੇ ਹੋਏ ਵੀ ਬਹੁ ਗਿਣਤੀ ਲੋਕ ਇਨਸਾਨੀਅਤ ਦੇ ਨਾਲੋਂ ਵਿਛੜੇ ਹੋਏ ਨੇ, ਟੁੱਟੇ ਹੋਏ ਨੇ, ਇਨਸਾਨੀਅਤ ਨਹੀਂ। ਤੇ ਜਿੱਥੇ ਇਨਸਾਨੀਅਤ ਨਹੀਂ, ਗੁਨਾਹ ਨਾਲੋਂ ਵਿਛੋੜਾ ਹੈ, ਉੱਥੇ ਸੁੱਖਾਂ ਨਾਲੋਂ ਆਟੋਮੈਟਿਕਲੀ ਵਿਛੋੜਾ ਹੋ ਜਾਣਾ ਹੈ। ਤੇ ਜਿੱਥੇ ਔਗਣ ਨੇ, ਉੱਥੇ ਰਿਸ਼ਤੇਦਾਰਾਂ, ਸੱਜਣਾ, ਮਿੱਤਰਾਂ ਦੇ ਨਾਲੋਂ ਵੀ ਵਿਛੋੜਾ ਹੋ ਜਾਣਾ, ਦੂਰੀਆਂ ਪੈ ਜਾਣਗੀਆਂ, ਸਾਰੇ ਦੇ ਸਾਰੇ ਵਿਛੋੜੇ ਆ ਘੇਰਨਗੇ। ਵਿਜੋਗ, ਵਿਛੋੜੇ ਉਹਦੀ ਜ਼ਿੰਦਗੀ ਵਿੱਚ ਆ ਜਾਣਗੇ। ਤਾਂ ਗੁਰੂ ਦਾ ਜੋ ਨਿੰਦਕ ਹੈ, ਭਾਵ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਚੱਲਦਾ, ਜੋ ਗਿਆਨ ਗੁਰੂ ਦੀ ਅਗਵਾਈ ਅਨੁਸਾਰ ਜੀਵਨ ਨਹੀਂ ਚੱਲ ਜੀ ਰਿਹਾ, ਉਹਦੀ ਜ਼ਿੰਦਗੀ ਦੇ ਅੰਦਰ ਰੱਬ ਨਾਲੋਂ, ਗੁਰੂ ਨਾਲੋਂ, ਸੁੱਖਾਂ ਨਾਲੋਂ, ਗੁਣਾਂ ਨਾਲੋਂ ਵਿਛੋੜੇ ਹੀ ਪੈ ਰਹਿੰਦੇ ਨੇ। ਸੰਤ ਕੀ ਨਿੰਦਾ ਦੋਖ ਮੈਂ ਦੋਖ, ਦੋਖ ਮੈਂ ਦੋਖ ਦਾ ਮਤਲਬ ਦੋਸ਼ਾਂ ਦੇ ਵਿੱਚ ਹੋਰ ਵੱਡਾ ਦੋਸ਼। ਜਿਵੇਂ ਅਸੀਂ ਕਹਾਵਤ ਨਾ, ਇੱਕ ਕਰੇਲਾ ਤੇ ਦੂਜਾ ਨਿੰਮ ਤੇ ਚੜ ਗਿਆ, ਪਹਿਲਾਂ ਵੀ ਕੁੜੱਤਨ ਤੇ ਅੱਗੋਂ ਹੋਰ ਕੁੜੱਤਨ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦੀ ਨਿੰਦਿਆ ਕਰਨੀ ਹੈ ਨਾ, ਗੁਰੂ ਦੇ ਸਿਧਾਂਤਾਂ ਤੋਂ ਉਲਟ ਜੋ ਜ਼ਿੰਦਗੀ ਹੈ, ਉਹ ਇੱਕ ਬਹੁਤ ਵੱਡਾ ਮਾੜਾ ਕੰਮ ਹੈ, ਸਭ ਤੋਂ ਵੱਡਾ ਦੋਸ਼ ਹੈ, ਸਾਰਿਆਂ ਤੋਂ ਵੱਡਾ ਪਾਪ ਹੈ, ਅਪਰਾਧ ਹੈ। ਗਿਆਨ ਗੁਰੂ ਦੀ ਅਗਵਾਈ ਦੇ ਵਿੱਚ ਜ਼ਿੰਦਗੀ ਨਾ ਜੀਣੀ, ਇਸ ਤੋਂ ਵੱਡਾ ਦੋਸ਼ ਕੀ ਹੋ ਸਕਦਾ? ਗਿਆਨ ਦੀ ਸਹੀ ਵਰਤੋਂ ਨਾ ਕਰਨੀ, ਇਸ ਤੋਂ ਵੱਡਾ ਦੋਸ਼ ਕੀ ਹੋ ਸਕਦਾ? ਹੁਣ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਸੋਹਿਲਾ ਸਾਹਿਬ ਜੀ ਦੀ ਪਾਵਨ ਬਾਣੀ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਿ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਇਹ ਹੈ ਕਿ ਤੂੰ ਗੁਰੂ ਅੱਗੇ ਨਮਸਕਾਰ ਕਰ, ਕਰ ਡੰਡੌਤ ਪੁੰਨ ਵੱਡਾ ਹੈ, ਗੁਰੂ ਦੇ ਚਰਨਾਂ ਵਿੱਚ ਝੁਕ, ਗੁਰੂ ਦੇ ਦੱਸੇ ਰਾਹਾਂ ਤੇ ਤੁਰ, ਇਹ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਹੈ। ਜੇ ਪੁੰਨ ਕਮਾਣਾ ਚਾਹੁੰਦੇ ਹੋ ਨਾ, ਤਾਂ ਇਸ ਤੋਂ ਵੱਡਾ ਪੁੰਨ ਕੋਈ ਨਹੀਂ। ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ ਸ਼ੁਰੂ ਕਰ ਦਿਓ, ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ। ਗਿਆਨ ਦੀ ਸਹੀ ਵਰਤੋਂ ਕਰਨੀ, ਇਸ ਤੋਂ ਵੱਡਾ ਕੋਈ ਪੁੰਨ ਨਹੀਂ। ਤੇ ਗਿਆਨ ਦੀ ਦੁਰਵਰਤੋਂ ਕਰਨੀ, ਇਸ ਤੋਂ ਵੱਡਾ ਕੋਈ ਪਾਪ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦੀ ਨਿੰਦਿਆ ਹੈ, ਗੁਰੂ ਤੋਂ ਉਲਟ ਜੋ ਜੀਵਨ ਜੀਣਾ ਹੈ, ਬੇਮੁਖਤਾ ਹੈ, ਉਹ ਸਭ ਤੋਂ ਵੱਡਾ ਦੋਸ਼ ਹੈ। ਨਾਨਕ ਸੰਤ ਭਾਵੈ ਤਾਂ ਉਸਕਾ ਪੀ ਹੋਏ ਮੋਖ। ਹੁਣ ਦੇਖੋ ਪੋਜ਼ਿਟਿਵਿਟੀ, ਨਿਰਾਸ਼ਾਵਾਦੀ ਨਿਰਾਸ਼ਾ ਨੂੰ ਖਤਮ ਕਰ ਰਹੇ ਨੇ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਇਹ ਨਹੀਂ ਕਿ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ ਹੁਣ ਉਹਦਾ ਪਾਰ ਉਤਾਰਾ ਹੀ ਨਹੀਂ ਹੋਏਗਾ। ਜੇ ਇੱਕ ਵਾਰ ਵਿਛੋੜਾ ਪੈ ਗਿਆ ਤੇ ਉਹ ਵਿਛੋੜੇ ਮਿਲਾਪ ਦੇ ਵਿੱਚ ਬਦਲਣਗੇ ਨਹੀਂ, ਐਸਾ ਨਹੀਂ। ਸੰਭਾਵਨਾ ਹੈ, ਪੋਸੀਬਿਲਿਟੀ ਹੈ। ਸੰਤ ਭਾਵੈ ਦਾ ਮਤਲਬ ਜੇ ਗੁਰੂ ਨੂੰ ਭਾ ਜਾਏ ਬੰਦਾ, ਜੇ ਗੁਰੂ ਦੀ ਰਜ਼ਾ ਦੇ ਵਿੱਚ ਤੁਰੇ, ਗੁਰੂ ਦੀ ਸ਼ਰਨ ਵਿੱਚ ਆ ਜਾਏ, ਤਾਂ ਉਸਕਾ ਵੀ ਹੋਏ ਮੋਖ, ਉਸ ਨਿੰਦਕ ਦਾ ਵੀ ਮੋਕਸ਼ ਹੋ ਸਕਦਾ ਹੈ, ਮੁਕਤੀ ਹੋ ਸਕਦੀ ਹੈ, ਵਿਕਾਰਾਂ ਤੋਂ ਛੁਟਕਾਰਾ ਹੋ ਸਕਦਾ ਹੈ, ਨਿੰਦਿਆ ਤੋਂ ਛੁਟਕਾਰਾ ਹੋ ਸਕਦਾ ਹੈ, ਜੇ ਗੁਰੂ ਨੂੰ ਭਾ ਜਾਏ, ਜੇ ਗੁਰੂ ਦੀ ਰਜ਼ਾ ਦੇ ਵਿੱਚ ਤੁਰੇ। ਇਸ ਲਈ ਗੁਰਦੇਵ ਸਾਨੂੰ ਬਾਰ-ਬਾਰ ਸਮਝਾ ਰਹੇ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਪੋਜ਼ਿਟਿਵ ਥਿੰਕਿੰਗ ਦਿੱਤੀ ਜਾ ਰਹੀ ਹੈ, ਆਸ਼ਾਵਾਦੀ ਬਣਾਇਆ ਜਾ ਰਿਹਾ ਹੈ ਕਿ ਜੇ ਹੁਣ ਤੱਕ ਜਾਣ ਕੇ ਜਾਂ ਅਣਜਾਣ ਪੁਣੇ ਵਿੱਚ ਸਾਡੇ ਤੋਂ ਕੋਈ ਗਲਤੀ ਭੁੱਲ ਜਾਂ ਕਿਸੇ ਤੋਂ ਵੀ ਗਲਤੀ ਭੁੱਲ ਹੋਈ, ਉਹਨੇ ਗੁਰਮਤ ਤੋਂ ਉਲਟ ਜ਼ਿੰਦਗੀ ਜੀਵੀ, ਰੱਬੀ ਨੇਮਾਂ ਨੂੰ ਤੋੜਿਆ, ਗਿਆਨ ਦੀ ਸਹੀ ਵਰਤੋਂ ਨਹੀਂ ਕੀਤੀ, ਗਿਆਨ ਦੀ ਦੁਰਵਰਤੋਂ ਕੀਤੀ, ਜੇ ਹੁਣ ਵੀ ਉਹ ਸੁਚੇਤ ਹੋ ਜਾਏ, ਗਿਆਨ ਦੀ ਸਹੀ ਵਰਤੋਂ ਸ਼ੁਰੂ ਕਰਨੀ ਕਰ ਦੇਵੇ, ਆਪਣੇ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਏ, ਰੱਬੀ ਰਜ਼ਾ ਨੂੰ ਫੋਲੋ ਕਰਨਾ ਸ਼ੁਰੂ ਕਰੇ, ਤਾਂ ਉਹਦੀ ਵੀ ਮੁਕਤੀ ਹੋ ਸਕਦੀ ਹੈ। ਐਨੀ ਟਾਈਮ, ਕਿਸੇ ਵੀ ਸਮੇਂ, ਕਦੇ ਵੀ, ਕਿਸੇ ਦੀ ਵੀ, ਜਦੋਂ ਵੀ ਚਾਹੋ।
ਉਸੇ ਵੇਲੇ ਮੁਕਤੀ ਹੋ ਸਕਦੀ ਹੈ। ਜ਼ਰੂਰਤ ਕੇਵਲ ਡਾਇਰੈਕਸ਼ਨ ਚੇਂਜ ਕਰਨ ਦੀ ਹੈ। ਯੂ ਟਰਨ ਲੈ ਲਓ, ਮਨਮਤ ਤੋਂ ਗੁਰਮਤ ਵੱਲ ਯੂ ਟਰਨ ਲੈ ਲਓ, ਡੇਰਾਵਾਦ ਨੂੰ, ਦੂਜੇ ਤੀਜੇ ਇਹਨਾਂ ਕਰਮਾਂ ਨੂੰ ਛੱਡ ਦਿਓ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਵੋ, ਨਾਲ ਦੇ ਨਾਲ ਮੁਕਤੀ, ਨਾਲ ਦੇ ਨਾਲ ਮੋਕਸ਼। ਸੰਤ ਕਾ ਦੋਖੀ ਸਦਾ ਅਪਵਿੱਤ। ਅਪਵਿੱਤ ਦਾ ਮਤਲਬ ਮੈਲੇ ਮਨ ਵਾਲਾ, ਖੋਟਾ। ਜੋ ਗੁਰੂ ਦਾ ਨਿੰਦਕ ਹੈ ਉਹ ਹਮੇਸ਼ਾ ਮੈਲੇ ਮਨ ਵਾਲਾ ਹੁੰਦਾ ਹੈ, ਖੋਟਾ ਹੁੰਦਾ ਹੈ, ਉਹਦੀ ਸੋਚ ਨੀਵੀਂ ਹੁੰਦੀ ਹੈ। ਜਦੋਂ ਵੀ ਉਹ ਕੰਮ ਕੋਈ ਕਰੇਗਾ ਖੋਟਾ ਕਰੇਗਾ, ਬੋਲੇਗਾ ਬੇਸ਼ੱਕ ਬੜਾ ਚੰਗਾ, ਲੇਕਿਨ ਜਦੋਂ ਕੰਮ ਕਰੇਗਾ ਗਲਤ ਕਰੇਗਾ। ਮਨ ਦੇ ਅੰਦਰ ਖੋਟ ਹੈ, ਮਨ ਦੇ ਅੰਦਰ ਖੋਟ ਹੈ। ਹੁਣ ਜੇ ਅਸੀਂ ਆਪਣੇ ਚੌਗਿਰਦੇ ਵੇਖੀਏ, ਆਪਣੀ ਜ਼ਿੰਦਗੀ ਵੱਲ ਵੀ ਝਾਤ ਮਾਰੀਏ ਇਮਾਨਦਾਰੀ ਦੇ ਨਾਲ, ਤੇ ਅਸੀਂ ਆਪਣੇ ਤੋਂ ਇੱਕ ਸਵਾਲ ਪੁੱਛੀਏ ਕਿ ਕੀ ਅਸੀਂ ਜੋ ਕੁਝ ਕਹਿ ਰਹੇ ਹਾਂ ਜਾਂ ਬਾਣੀ ਵਿੱਚ ਪੜ੍ਹ ਰਹੇ ਹਾਂ ਉਹੋ ਜਿਹੀ ਜ਼ਿੰਦਗੀ ਜੀ ਰਹੇ ਹਾਂ? ਜੇ ਤਾਂ ਜੀ ਰਹੇ ਹਾਂ ਤਾਂ ਸਾਡਾ ਜੀਵਨ ਸਫਲ ਹੈ ਭਾਈ, ਮੁਬਾਰਕ ਹੈ ਉਹ ਜ਼ਿੰਦਗੀ, ਸ਼ਾਬਾਸ਼ ਉਸ ਜ਼ਿੰਦਗੀ ਦੇ। ਤੇ ਜੇ ਸਾਨੂੰ ਪਤਾ ਹੈ ਕਿ ਅਸੀਂ ਗੁਰਮਤ ਤੋਂ ਉਲਟ ਕੁਝ ਕਰ ਰਹੇ ਹਾਂ, ਪਤਾ ਵੀ ਹੈ ਕਿ ਗੁਰਬਾਣੀ ਸਾਨੂੰ ਇਹ ਕਰਮਾਂ ਤੋਂ ਰੋਕਦੀ ਹੈ, ਵਰਜਦੀ ਹੈ, ਪਤਾ ਹੈ, ਤੇ ਫਿਰ ਵੀ ਅਸੀਂ ਉਹ ਕੰਮ ਕਰ ਰਹੇ ਹਾਂ, ਤੇ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰੂ ਨਾਲ ਪਿਆਰ ਕਰਨ ਵਾਲੇ ਹਾਂ, ਖੋਟ ਹੀ ਹੋਇਆ ਨਾ ਮਨ ਵਿੱਚ। ਫਿਰ ਖੋਟ ਹੀ ਕਮਾ ਰਹੇ ਹਾਂ ਨਾ, ਆਪਣੇ ਆਪ ਦੇ ਨਾਲ ਧੋਖਾ ਦੇ ਰਹੇ ਹਾਂ, ਆਪਣੇ ਆਪ ਨੂੰ, ਗੁਰੂ ਪ੍ਰਭੂ ਨੂੰ ਧੋਖਾ ਦੇਣ ਦਾ ਯਤਨ ਕਰ ਰਹੇ ਹਾਂ। ਇਹ ਗੱਲ ਵੱਖਰੀ ਹੈ ਕਿ ਗੁਰੂ ਪ੍ਰਭੂ ਨੂੰ ਧੋਖਾ ਦਿੱਤਾ ਨਹੀਂ ਜਾ ਸਕਦਾ, ਕਿਉਂਕਿ ਨੇਮਾਂ ਤੋਂ ਬਾਹਰ ਕੁਝ ਹੋਣਾ ਹੀ ਨਹੀਂ। ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਤਾਂ ਜਿਹੜਾ ਗੁਰੂ ਦਾ ਨਿੰਦਕ ਹੈ, ਗੁਰਬਾਣੀ ਤੋਂ ਉਲਟ ਜਿਹੜੀ ਜ਼ਿੰਦਗੀ ਹੈ, ਉਹ ਮੈਲੇ ਮਨ ਵਾਲਾ ਹੁੰਦਾ ਹੈ, ਉਹ ਖੋਟਾ ਹੁੰਦਾ ਹੈ, ਔਰ ਉਹਦੇ ਅੰਦਰ ਖੋਟ ਹੋਣਗੇ, ਔਰ ਖੋਟ ਉਹਦੇ ਥਾਂ ਥਾਂ ਤੇ ਦਿਸਦੇ ਹੋਣਗੇ, ਛੁਪਾਇਆ ਛੁਪਦੇ ਨਹੀਂ। ਹਾਂ, ਇਹ ਗੱਲ ਵੱਖਰੀ ਹੈ ਕਿ ਅਸੀਂ ਇੱਕ ਦੂਜੇ ਨੂੰ ਲਿਹਾਜ਼ ਦੇ ਨਾਲ ਕਹਿੰਦੇ ਨਹੀਂ, ਤੁਸੀਂ ਮੈਨੂੰ ਨਾ ਕਹੋ ਮੈਂ ਤੁਹਾਨੂੰ ਨਾ ਕਹਾਂ, ਲੇਕਿਨ ਪਤਾ ਤਾਂ ਹੁੰਦਾ ਇੱਕ ਦੂਜੇ ਦਾ, ਬਹੁਤੀ ਵਾਰੀ ਪਤਾ ਹੁੰਦਾ ਹੈ, ਦੂਜੇ ਨੂੰ ਨਾ ਵੀ ਪਤਾ ਹੋਏ ਆਪ ਨੂੰ ਪਤਾ ਹੁੰਦਾ ਹੈ। ਤਾਂ ਮੁੱਖ ਦੀ ਗੱਲ ਇਹ ਹੈ ਕਿ ਜੋ ਗੁਰਮਤ ਤੋਂ ਉਲਟ ਜ਼ਿੰਦਗੀ ਜੀਣ ਵਾਲਾ ਹੈ, ਗੁਰੂ ਦਾ ਨਿੰਦਕ ਹੈ, ਉਹ ਅਪਵਿੱਤਰ ਖੋਟੇ ਮਨ ਵਾਲਾ ਹੈ, ਖੋਟ ਕਮਾਏਗਾ, ਕਿਉਂਕਿ ਜਿਹੜਾ ਗੁਰੂ ਦਾ ਨਹੀਂ ਬਣਿਆ ਉਹਨੇ ਤੁਹਾਡਾ ਕਿੱਥੋਂ ਬਣਨਾ? ਹੁਣ ਗੁਰੂ ਸਾਹਿਬਾਨ ਨੇ ਸਾਡੇ ਵਾਸਤੇ, ਮਨੁੱਖਤਾ ਵਾਸਤੇ ਕਿੰਨੇ ਕਸ਼ਟ ਉਠਾਏ ਨੇ। ਤੱਤੀਆਂ ਤਵੀਆਂ ਤੇ ਬਹਿਣਾ ਕੋਈ ਸੌਖਾ ਹੈ? ਆਪਣਾ ਸ਼ੀਸ਼ ਚਾਂਦਨੀ ਚੌਕ ਵਿੱਚ ਲੁਹਾਣਾ, ਸਿੱਖਾਂ ਨੂੰ ਸ਼ਹੀਦ ਕਰਾਉਣਾ, ਆਪਣੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਾਉਣਾ, ਆਪ ਵੀ ਮਤਲਬ ਆਪਣਾ ਪਰਿਵਾਰ ਵੀ ਵਾਰ ਦੇਣਾ, ਇੰਨਾ ਕੁਛ, ਔਰ ਇਸ ਵਾਸਤੇ ਕਰਨਾ ਕਿ ਲੋਕਾਂ ਨੂੰ ਖੁਸ਼ੀ ਮਿਲੇ, ਸੰਸਾਰ ਦੇ ਵਿੱਚੋਂ ਜ਼ੁਲਮ ਖਤਮ ਹੋਵੇ, ਜ਼ਾਲਮ ਖਤਮ ਹੋਵੇ, ਸੁੱਖ ਸ਼ਾਂਤੀ ਮਿਲੇ। ਜਿਹੜਾ ਗੁਰੂ ਆਪਣਾ ਸਾਰਾ ਕੁਛ ਸਾਨੂੰ ਸੁੱਖ ਦੇਣ ਵਾਸਤੇ ਵਾਰ ਗਿਆ ਹੋਵੇ, ਤੇ ਜੇ ਅਸੀਂ ਉਸ ਗੁਰੂ ਦੇ ਵੀ ਨਹੀਂ ਬਣੇ, ਮੈਂ ਉਸ ਗੁਰੂ ਦਾ ਵੀ ਨਹੀਂ ਬਣਿਆ, ਉਹਦੀ ਗੱਲ ਨਹੀਂ ਮੰਨੀ, ਮੈਨੂੰ ਉਹਦੇ ਤੇ ਵਿਸ਼ਵਾਸ ਨਹੀਂ, ਤੇ ਮੈਂ ਤੁਹਾਡਾ ਕਿੱਥੋਂ ਵਿਸ਼ਵਾਸ ਦਾ ਪਾਤਰ ਬਣਾਂਗਾ? ਤੁਹਾਡੀ ਕੀ ਪਰਵਾਹ ਕਰਾਂਗਾ? ਤੁਸੀਂ ਮੇਰੇ ਵਾਸਤੇ ਕੀ ਕੀਤਾ? ਜ਼ਿਆਦਾ ਕੋਈ 200-400 500 ਪਾਉਂਡ ਦੇ ਦਿੱਤਾ ਹੋਏਗਾ, ਜਾਂ ਥੋੜੀ ਬਾਤੀ ਤੁਸੀਂ ਮੈਨੂੰ ਕਿਤੇ ਮਕਾਨ ਬਣਾ ਦਿੱਤਾ ਹੋਏਗਾ, ਜਾਂ ਮੇਰੇ ਕਿਸੇ ਬੱਚੇ ਨੂੰ ਨੌਕਰੀ ਲਵਾ ਦਿੱਤਾ ਹੋਏਗਾ, ਇੰਨਾ ਕੀ ਕੀਤਾ ਹੋਏਗਾ? ਨਹੀਂ, ਇਸ ਤੋਂ ਬਾਅਦ ਤੇ ਅਸੀਂ ਕਰ ਵੀ ਨਹੀਂ ਸਕਦੇ। ਤੇ ਤੁਹਾਡੀ ਮੇਰੇ ਮਨ 'ਚ ਕੀ ਵੈਲਿਊ ਰਹਿਣੀ ਹੈ ਜਿੱਥੇ ਗੁਰੂ ਦੀ ਵੈਲਿਊ ਨਹੀਂ? ਜਿਸ ਗੁਰੂ ਨੇ ਆਪਣਾ ਸਰਬੰਸ ਵਾਰਿਆ, ਜੇ ਮੈਂ ਉਹਦਾ ਨਹੀਂ ਬਣਿਆ ਤੇ ਤੁਹਾਡਾ ਕਿੱਥੋਂ ਬਣਾਂਗਾ? ਜੇ ਤੁਸੀਂ ਉਸ ਗੁਰੂ ਦੇ ਨਹੀਂ ਬਣੇ ਤੇ ਮੇਰੇ ਕਿੱਥੋਂ ਬਣੋਗੇ? ਇੱਕ ਦੂਜੇ ਦੇ ਕਿਵੇਂ ਬਣਾਂਗੇ ਅਸੀਂ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਗੁਰੂ ਦਾ ਨਿੰਦਕ ਹੈ, ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਚੱਲਦਾ, ਉਹ ਖੋਟੇ ਮਨ ਵਾਲਾ ਹੁੰਦਾ ਹੈ, ਉਹ ਵਿਸ਼ਵਾਸ ਦਾ ਪਾਤਰ ਨਹੀਂ ਹੁੰਦਾ। ਉਹਨੇ ਜਦੋਂ ਕਮਾਣਾ ਖੋਟ ਹੀ ਕਮਾਣਾ, ਜਦੋਂ ਉਹਨੂੰ ਮੌਕਾ ਮਿਲੇਗਾ ਖੋਟ ਕਮਾਏਗਾ। ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ। ਜਿਹੜਾ ਗੁਰੂ ਦਾ ਨਿੰਦਕ ਹੈ ਉਹ ਕਿਸੇ ਦਾ ਮਿੱਤਰ ਨਹੀਂ ਹੁੰਦਾ, ਕਿਸੇ ਦਾ ਸੱਜਣ ਨਹੀਂ ਹੋ। ਜਦੋਂ ਕਮਾਏਗਾ, ਜਦੋਂ ਉਹਨੂੰ ਮੌਕਾ ਮਿਲੇਗਾ, ਤੁਹਾਨੂੰ ਧੋਖਾ ਦੇਵੇਗਾ। ਜਿਹੜਾ ਗੁਰੂ ਦਾ ਨਿੰਦਕ ਹੈ, ਜਦੋਂ ਮੌਕਾ ਮਿਲੇਗਾ ਧੋਖਾ ਦੇਵੇਗਾ, ਉਹ ਮਿੱਤਰ ਨਹੀਂ ਬਣੇਗਾ। ਵੇਖ ਲਓ ਤੁਸੀਂ, ਚਾਹੇ ਉਹ ਗੰਗੂ ਹੈ, ਚੰਦੂ ਹੈ, ਹੋਰ ਕਿੰਨੇ ਸਾਰੇ ਲੋਕ ਨੇ, ਉਹ ਮਿੱਤਰ ਨਹੀਂ ਬਣੇ, ਗੁਰੂ ਦੇ ਵੀ ਨਹੀਂ ਬਣੇ। ਅੱਜ ਵੀ ਦੇਖ ਲਓ ਕਿਤਨੇ ਸਾਰੇ ਲੋਕ ਨੇ ਜੋ ਧੋਖਾ ਦਿੰਦੇ ਨੇ ਮਨੁੱਖਤਾ ਨੂੰ। ਆਪਾਂ ਕਈ ਵਾਰੀ ਵਿਚਾਰ ਕਰ ਚੁੱਕੇ ਹਾਂ ਕਿ ਸਾਡੀਆਂ ਚੂੜੀਆਂ ਕੁੱਤੇ ਲੱਭਦੇ ਫਿਰਦੇ ਨੇ,
ਤਾਂ ਉਹ ਕਿਸੇ ਦਾ ਮਿੱਤਰ ਨਹੀਂ ਹੁੰਦਾ। ਮਿੱਤਰਤਾ ਹੀ ਕਿਸੇ ਦੇ ਨਾਲ ਉਹ ਨਿਭਾਉਂਦਾ ਨਹੀਂ, ਕਿਸੇ ਦਾ ਉਹ ਭਲਾ ਨਹੀਂ ਕਰਦਾ, ਕਿਸੇ ਦਾ ਉਹ ਸੱਜਣ ਨਹੀਂ ਹੁੰਦਾ ਜਿਹੜਾ ਗੁਰੂ ਦਾ ਦੁਖੀ ਹੈ। ਕਦੇ ਵੀ ਸੱਜਣਤਾ ਹੀ ਨਹੀਂ ਨਿਭਾਏਗਾ। ਜਦੋਂ ਵੀ ਮੌਕਾ ਮਿਲੇਗਾ, ਜੇ ਹੁਣ ਗੰਗੂ ਹੈ ਉਹਨੂੰ ਮੌਕਾ ਮਿਲ ਗਿਆ ਨਾ ਵੀ 4 ਪੈਸਿਆਂ ਵਾਸਤੇ ਮਾਤਾ ਜੀ ਨੂੰ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਾ ਰਿਹਾ, ਮੌਕਾ ਮਿਲ ਗਿਆ, ਮਿੱਤਰ ਥੋੜੀ ਹੋ। ਉਦੋਂ ਤੱਕ ਮਿੱਤਰ ਹੈ ਜਦੋਂ ਤੱਕ ਉਹਦਾ ਕੰਮ ਚੱਲ ਰਿਹਾ ਹੈ। ਮੈਂ ਤੁਹਾਡਾ ਮਿੱਤਰ ਉਦੋਂ ਤੱਕ ਆ ਜਦੋਂ ਤੱਕ ਮੇਰਾ ਲਾਲਚ ਪੂਰਾ ਹੋ ਰਿਹਾ ਹੈ। ਜਦੋਂ ਲਾਲਚ ਪੂਰਾ ਨਹੀਂ ਹੋਏਗਾ ਤਾਂ ਮੈਂ ਤੁਹਾਡਾ ਮਿੱਤਰ ਨਹੀਂ। ਤੁਹਾਡੇ ਨਾਲ ਮਿੱਤਰਤਾ ਕਰਕੇ ਜੇ ਮੇਰਾ ਲਾਲਚ ਪੂਰਾ ਹੁੰਦਾ ਹੈ, ਮੈਂ ਤੁਹਾਡਾ ਮਿੱਤਰ ਹਾਂ। ਤੇ ਜੇ ਤੁਹਾਡੇ ਨਾਲ ਦੁਸ਼ਮਣੀ ਕਰਕੇ ਮੇਰਾ ਲਾਲਚ ਪੂਰਾ ਹੁੰਦਾ ਹੈ ਤੇ ਮੈਂ ਫਿਰ ਦੁਸ਼ਮਣੀ ਕਰਾਂਗਾ। ਗੰਗੂ ਦਾ ਹੀ ਹਾਲ ਹੈ ਨਾ। ਇਸ ਲਈ ਜਿਹੜਾ ਗੁਰੂ ਦਾ ਨਿੰਦਕ ਹੈ, ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਂਦਾ, ਜਿਹੜਾ ਗਿਆਨ ਗੁਰੂ ਦੀ ਅਗਵਾਈ ਵਿੱਚ ਨਹੀਂ, ਉਹ ਕਿਸੇ ਦਾ ਵੀ ਮਿੱਤਰ ਨਹੀਂ ਹੁੰਦਾ। ਸੰਤ ਕੇ ਦੋਖੀ ਕੋ ਡਾਨ ਲਾਗੇ। ਡਾਨ ਦਾ ਮਤਲਬ ਡਨ। ਜਿਹੜਾ ਸੰਤ ਦਾ ਦੋਖੀ ਹੈ, ਨਿੰਦਕ ਹੈ ਗੁਰੂ ਦਾ। ਸੰਤ ਦਾ ਮਤਲਬ ਗੁਰੂ। ਗੁਰੂ ਦੇ ਨਿੰਦਕ ਨੂੰ ਹਮੇਸ਼ਾ ਸਜ਼ਾ ਮਿਲਦੀ ਹੈ, ਉਹਨੂੰ ਹਮੇਸ਼ਾ ਸਜ਼ਾ ਮਿਲਦੀ ਹੈ। ਇਹ ਚੀਜ਼ ਸਮਝਣ ਵਾਲੀ ਹੈ। ਸਜ਼ਾ ਕਈ ਵਾਰ ਅਸੀਂ ਇਹ ਦੇਖਦੇ ਹਾਂ ਕਿ ਫਲਾਂ ਬੰਦਾ ਇਹਨੇ ਝੂਠ ਪਾਪ ਕਮਾਉਂਦਾ ਹੈ ਤੇ ਫਿਰ ਵੀ ਉਹਦੇ ਕੋਲ ਇੰਨਾ ਪੈਸਾ ਹੈ, ਉਹਦੀ ਕੋਠੀ ਏਡੀ ਵੱਡੀ, ਉਹਦੀ ਕੋਠੀ ਤੇ ਡਿੱਗੀ ਨਹੀਂ, ਉਹਦਾ ਤੇ ਕਦੇ ਐਕਸੀਡੈਂਟ ਨਹੀਂ ਹੋਇਆ, ਉਹਦੀ ਤੇ ਕਦੀ ਲੱਤ ਬਾਂਹ ਨਹੀਂ ਟੁੱਟੀ, ਚੰਗਾ ਭਲਾ ਹੈ। ਅਸੀਂ ਸਜ਼ਾ ਇਸੇ ਨੂੰ ਸਮਝਦੇ ਹਾਂ ਕਿ ਬੰਦਾ ਜੇਲ੍ਹ ਵਿੱਚ ਚਲਾ ਜਾਏ, ਜਾਂ ਕਿਸੇ ਦੀ ਲੱਤ ਬਾਂਹ ਟੁੱਟ ਜਾਏ, ਜਾਂ ਕਿਸੇ ਦਾ ਪਿਓ ਮਰ ਜਾਏ, ਕੋਈ ਬੱਚਾ ਮਰ ਜਾਏ, ਜਾਂ ਹੋਰ ਨੁਕਸਾਨ ਹੋ ਜਾਏ। ਅਸੀਂ ਇਹਨਾਂ ਚੀਜ਼ਾਂ ਨੂੰ ਹੀ ਸਜ਼ਾ ਸਮਝਦੇ ਹਾਂ। ਅਸਲ ਦੇ ਅੰਦਰ ਸਭ ਤੋਂ ਵੱਡੀ ਸਜ਼ਾ ਕੀ ਹੈ? ਕਿ ਤੁਹਾਨੂੰ ਕੋਈ ਸੱਚਾ ਤੁਹਾਨੂੰ ਪਿਆਰ ਹੀ ਨਾ ਕਰੇ, ਮੈਨੂੰ ਇਸ ਦੁਨੀਆ ਤੋਂ ਸੱਚਾ ਪਿਆਰ ਨਾ ਮਿਲੇ, ਮੇਰੀ ਕੋਈ ਕਦਰ ਨਾ ਕਰੇ, ਤਾਂ ਇਸ ਤੋਂ ਵੱਡੀ ਸਜ਼ਾ ਮੈਨੂੰ ਕੀ ਹੋ ਸਕਦੀ ਹੈ? ਨੰਬਰ 2, ਜਿਹੜੇ ਮੈਂ ਕੀਤੇ ਹੋਏ ਮੇਰੇ ਕਰਮ ਨੇ ਬੁਰਾਈਆਂ, ਉਹਨਾਂ ਦਾ ਡਰ ਮੇਰੇ ਅੰਦਰ ਹਮੇਸ਼ਾ ਬਣਿਆ ਰਹੇ ਕਿ ਇਧਰੋਂ ਵੀ ਕੋਈ ਬੰਦਾ ਪੈ ਨਾ ਜਾਏ, ਇਧਰੋਂ ਵੀ ਨਾ ਪੈ ਜਾਏ। ਮੇਰੇ ਅੰਦਰ ਹਮੇਸ਼ਾ ਡਰ ਬਣਿਆ ਰਹੇ, ਇਹ ਮੇਰੇ ਕਰਮ ਦਾ ਵੀ ਪਤਾ ਨਾ ਲੱਗ ਜਾਏ, ਮੇਰੀ ਇਹ ਚੋਰੀ ਵੀ ਨਾ ਫੜੀ ਜਾਏ। ਇਹ ਡਰ ਨਹੀਂ ਤੇ ਹੈ, ਇਸੇ ਨੂੰ ਤੇ ਡਰ ਕਹਿੰਦੇ ਨੇ। ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਹੈ। ਤਾਂ ਇਸ ਕਰਕੇ ਗੁਰੂ ਜੀ ਕਹਿੰਦੇ ਨੇ ਜਿਹੜੇ ਇਹ ਕਰਮ ਨੇ ਮਾੜੇ, ਉਹਨਾਂ ਦੀ ਸਜ਼ਾ ਮਿਲਦੀ ਹੀ ਮਿਲਦੀ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇਸ ਲਈ ਐਸੇ ਜਿਹੜੇ ਲੋਕ ਨੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਨੇ। ਕਦੇ ਤੁਸੀਂ ਜੇਲ੍ਹਾਂ ਦੇ ਵਿੱਚ ਜਾਓ, ਜਿਹੜੇ ਜੇਲ੍ਹਾਂ ਵਿੱਚ ਜਾਂਦੇ ਨਾ ਸਾਈਕੋਲੋਜਿਸਟ ਜਾਂ ਸਾਈਕੈਟ੍ਰਿਕ ਜਾਂ ਜਿਹੜੇ ਆ ਧਰਮ ਪ੍ਰਚਾਰਕ ਵੀ ਇਹਨਾਂ ਨੂੰ ਭੇਜਿਆ ਜਾਂਦਾ ਹੈ, ਤੇ ਉਹਨਾਂ ਦੇ ਨਾਲ ਜਦੋਂ ਅਸੀਂ ਮਿਲਦੇ ਹਾਂ ਨਾ ਤੇ ਪੁੱਛੀਏ ਕਿ ਜਿਹੜੇ ਜੇਲ੍ਹ ਦੇ ਵਿੱਚ ਲੋਕ ਨੇ ਉਹ ਕੀ ਫੀਲ ਕਰਦੇ ਨੇ, ਤਾਂ ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਅਪਰਾਧੀ ਨੇ ਉਹ ਪਛਤਾ ਰਹੇ ਹੁੰਦੇ ਨੇ ਬਹੁਤ ਬੁਰੀ ਤਰ੍ਹਾਂ ਕਿ ਅਸੀਂ ਇਹ ਕੰਮ ਗਲਤ ਕੀਤਾ, ਕਾਸ਼ ਅਸੀਂ ਇਹ ਕੰਮ ਨਾ ਕਰਦੇ ਤਾਂ ਜੇਲ੍ਹਾਂ ਦੇ ਵਿੱਚ ਨਾ ਹੁੰਦੇ। ਯਾਨੀ ਉਹ ਪਛਤਾ ਰਹੇ ਹੁੰਦੇ ਨੇ। ਇਹੀ ਸਜ਼ਾ ਹੈ, ਪਛਤਾਵਾ। ਜੇਲ੍ਹ ਵਿੱਚ ਜਾਣਾ ਹੀ ਸਜ਼ਾ ਨਹੀਂ, ਪਛਤਾਵਾ ਉਸ ਕੰਮ ਦਾ ਕਿ ਉਸ ਕਰਮ ਕਰਕੇ ਇਹ ਕੁਛ ਹੋਇਆ। ਆਮ ਜ਼ਿੰਦਗੀ ਵਿੱਚ ਵੇਖੋ, ਜਿਸ ਕਰਕੇ ਚੀਜ਼ ਨਾ ਸਮਝ ਆ ਜਾਏ, ਆਮ ਜ਼ਿੰਦਗੀ ਵਿੱਚ ਵੇਖ ਲਓ, ਸਾਡਾ ਕੋਈ ਰਿਸ਼ਤਾ ਨਾਤਾ ਹੈ ਤੇ ਅਸੀਂ ਕਿਸੇ ਭੈਣ ਭਰਾ ਦੇ ਨਾਲ ਗਲਤ ਵਿਹਾਰ ਕਰ ਲਈਏ ਤੇ ਉਹ ਰਿਸ਼ਤਾ ਨਾਤਾ ਟੁੱਟ ਜਾਏ, ਕੁਛ ਐਸੀ ਗਲਤ ਹਰਕਤ ਕੀਤੀ ਹੋਵੇ ਤੇ ਟੁੱਟ ਜਾਏ, ਸਾਰੀ ਜ਼ਿੰਦਗੀ ਪਛਤਾਵਾ ਰਹਿੰਦਾ ਹੈ। ਬੰਦਾ ਕਿੰਨਾ ਪਛਤਾਵਾ, ਤੇ ਉਹ ਪਛਤਾਵਾ ਉਹਨਾਂ ਨੂੰ ਪਤਾ ਜਿਨ੍ਹਾਂ ਨੂੰ ਪਛਤਾਵਾ ਹੈ ਕਿੰਨੇ ਕੁ ਦੁਖੀ ਹੁੰਦੇ ਨੇ। ਇਹ ਨਹੀਂ ਕਿ ਨਹੀਂ ਹੁੰਦੇ। ਇਹੀ ਤੇ ਸਜ਼ਾ ਹੈ। ਇਸੇ ਨੂੰ ਕਹਿੰਦੇ ਨੇ ਡਰ ਲੱਗਣਾ, ਮਾਨਸਿਕ ਤੌਰ ਤੇ ਪਰੇਸ਼ਾਨ। ਤਾਂ ਜਿਹੜਾ ਗੁਰੂ ਦਾ ਨਿੰਦਕ ਹੈ ਉਹਨੂੰ ਡਰ ਲੱਗਦਾ ਹੈ, ਸਜ਼ਾ ਮਿਲਦੀ ਹੈ, ਮੀਨਸ ਕਿ ਉਹ ਦੁਖੀ ਹੁੰਦਾ ਹੈ, ਮਾਨਸਿਕ ਤੌਰ ਤੇ ਉਹਨੂੰ ਸ਼ਾਂਤੀ ਨਹੀਂ ਮਿਲਦੀ। ਸੰਤ ਕੇ ਦੋਖੀ ਕੋ ਸਭ ਤਿਆਗੈ। ਜੋ ਗੁਰੂ ਦਾ ਨਿੰਦਕ ਹੈ, ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਂਦਾ, ਆਖਿਰ ਉਹਨੂੰ ਸਾਰੇ ਹੀ ਛੱਡ ਜਾਂਦੇ ਨੇ। ਇੱਕ ਤਾਂ ਉਹਦੇ ਗੁਣ ਛੱਡ ਜਾਂਦੇ ਨੇ, ਸਤ ਸੰਤੋਖ ਆਦਿ, ਤੇ ਉਹਨੂੰ ਛੱਡ ਹੀ ਜਾਂਦੇ ਨੇ। ਦੂਜੇ ਨੰਬਰ ਤੇ ਐਸੇ ਲੋਕਾਂ ਨੂੰ ਆਮ ਲੋਕ ਵੀ ਛੱਡ ਜਾਂਦੇ ਨੇ। ਜੋ ਬੰਦਾ ਕਰੈਕਟਰਲੈਸ ਹੈ, ਡਰੱਗੀ ਹੈ, ਚੋਰ ਹੈ, ਡਾਕੂ ਹੈ, ਕਾਤਲ ਹੈ, ਐਸੇ ਲੋਕਾਂ ਦਾ ਸਾਥ ਲੋਕ ਛੱਡ ਜਾਂਦੇ ਨੇ, ਬਹੁ ਗਿਣਤੀ ਛੱਡ ਜਾਂਦੀ ਹੈ। ਐਸੇ ਲੋਕਾਂ ਨੂੰ ਕੋਈ ਨਹੀਂ ਕਹਿੰਦਾ
कि तू डाकू है, चोर है, ते आ तेनों मैं अपने घर चल के सरूपा पावां। तू करैक्टरलैस है, तू लोगों दी चोरियां बड़ियां करना है ते साडे घर आण के लंगर पानी छकिया कर डेली। करैक्टरलैस बंदे नूं ते कोई घर नहीं बनन दिंदा ना। हाँ, वो धक्के नाल किसी नाल मिलदा वरतदा फिरे, लेकिन दिली तौर ते लोग ऐसे लोगों का त्याग कर जांदे ने, गुण उन्हां नूं छड्ड जांदे ने, सुख उन्हां दे त्यागे जांदे ने, आम जनता दे अंदर उन्हां दा मान आदर सत्कार नहीं रहिंदा। संत का दोखी महा अहंकारी, जो गुरु का निंदक है वो आकड़ खान बनया रहिंदा है, हंकारी है, और अपने हंकार नूं प्रूव करन वास्ते मनमता नूं बड़े सारे वो प्रमाण देवेगा। जेड़ा गुरु की गल नहीं मानदा उन्हें दूजियां दी कित्थे मननी। जिस गुरु ने मेरे वास्ते इन्नियां कुर्बानियां कीतियां ने, मैं उस गुरु की भी गल नहीं मनदा ते इस तो वड्डा हंकारी मैं की हो सकना। हंकारी उहनूं भी असीं कहना जिहड़ा किसी की गल ना मन्ने। जे किते ब्याह शादी च कोई प्रॉब्लम आ जाए तो असीं कहने ना यार साडा रिश्तेदार नाराज है, चलो उन्होंने जाके हथ पल्ला जोड़ने मना के लैइए उन्होंने, कहंदे ने ना लोग। ते साडे अपने ही विचों वीर भैणां कहंदे ने वो हंकारी बंदा, उन्हें को मनना जान दा फायदा तो है नहीं, कहंदे चल पैंदा, मनना उन्हें है नहीं, क्योंकि हंकारी है, उन्हें मनना ही नहीं। आम लोग कहंदे ने। तां देखो साडी गल नूं कोई ना मन्ने ते असीं उहनूं कहंदे आ हंकारी, कि वो मनदा नहीं किसी दी। ते जिहड़ा गुरु की गल भी ना मन्ने, देखो ये चीज़ां ना बड़े प्यार नाल समझण वालियां ने। गुरु जी सानूं रोज कहंदे ने बोलीए सच धर्म, झूठ ना बोलीए। ते जे फिर भी असीं झूठ बोलदे हां, इसदा मतलब असीं हंकार होया ना, साडे अंदर ईगो, असीं गुरु की गल भी मनण लई तैयार नहीं हां। गुरु जी सानूं पावन बाणी दे विच कह रहे ने ना, झूठा मद मूल ना पीछे जे का पार वसाए, कि आ झूठे नशे ना कर। लेकिन असीं नशिਆਂ ਦਾ त्याग नहीं कीता ਤਾਂ ਅਸੀਂ गुरु नालों अपने आप ਨੂੰ ਵੱਡਾ ही समझे ना, हंकार ही है ना साडा, होर की है। ਹੁਣ गुरु जी कहते ने हर बिन होर ना पूजो मड़े मसान ना जाई, पर ਅਸੀਂ मड़ियां मसाना ते जा रहे हैं ते हंकारी होए, होर की होए। सब सिखन को हुक्म है गुरु मान्यो ग्रंथ, ਅਸੀਂ रोज दोहरा पढ़ते हैं। जब ਅਸੀਂ पढ़ते हैं बाणी गुरु, गुरु है बाणी विच बाणी अमृत सारे, गुर बाणी कहे सेवक जन माने, प्रतख गुरु निस्तारे। शब्द गुर पीरा गहर गंभीरा, कि शब्द गुरु है, ज्ञान गुरु है। ते जे असीं बाबियां नूं गुरु मन्नीए, देहधारियां नूं मन्नीए, फिर हंकारी होए ना। मानुख की टेक बिरखी सब जान, देवन को एक है भगवान। ते जे असीं फिर भी कविए कि फलां बाबे ने सेब दिते ते साडे घर पोतरा होया, हंकार ही होया ना फिर साडा। देण वाला भी हंकारी। कि असीं गुरु जी का पावन वचन पावन बाणी के अंदर है ना, कि जेड़े अभ्यागत ए ना आखियां जिनके मन में भरम, तिनके दिते नानका तेहो जिहा धर्म। कि अभ्यागत उन्होंने नहीं आख सकते, कहंदे जिस बंदे के मन विच भरम है, भुलेखा है, अज्ञानता है। ते जेड़े इहो जिहे अभ्यागत ब्राह्मण जां पुजारी ने, उन्हां नूं जे दान पुण्य करोगे, उन्हां दी सेवा करोगे, तो उहदा फल भी इहो जिहा मिलना है। अभ्यागत ਇਹ ਨਾ ਆਖੀਆਂ जिन के मन में भरम, तिनके दिते नानका तेहो जिहा धर्म, हो जी फल मिलना है। फल भी उवें दा मिली जांदा है। तां संत का दोखी महा हंकारी, जिहड़ा गुरु का निंदक है वो बड़ा हंकारी हुंदा है, आकड़ खां हुंदा है, वो दूजियां दीयां भावनावां दी कदर नहीं करदा। संत का दोखी सदा बिकारी, बिकारी दा मतलब मंद कर्मी, माड़े कर्म करन वाला। जिहड़ा गुरु का निंदक है वो हमेशा माड़े कर्म करेगा, उसकी सोच माड़ी होगी। जेड़ा भी माड़ा कर्म करन दा जदों भी मौका मिलेगा वो माड़ा कर्म करेगा। किसी का काम गवा देगा, किसी की निंदिया करेगा, किसी दियां चुगलियां करेगा, किसी के कम्मां दे विच लत्त अड़ांदा फिरेगा। यानी वो जदों भी करेगा माड़ा ही करेगा, विकार ही उहदे विच होणगे, निंदा दा विकार उहदे अंदर हमेशा ही चलता रहेगा। संत का दोखी जन्मे मरे, जन्मे मरे का मतलब जमदा है और मर जाता है। जिंदगी में सवार का कुछ भी नहीं। जन्मे का मतलब उन्हें जन्म लिया, ते मरे का मतलब मर गया। हुण किन्ने लोग ने इस दुनिया के उत्ते आए, जम्मे, जीवन जीविया ते मर गए, कीता कख भी नहीं। लेकिन कितने लोग ऐसे ने जिन्हां ने जन्म लिया
ਜੀਵਨ ਜੀਵਿਆ ਔਰ ਦੁਨੀਆ ਨੂੰ ਬਹੁਤ ਕੁਝ ਦੇ ਗਏ। ਜੇ ਅਸੀਂ ਗੁਰੂ ਸਾਹਿਬਾਨ ਦੀ ਗੱਲ ਕਰੀਏ ਤਾਂ ਦੇਖੋ ਕਿੱਡੀ ਵੱਡੀ ਮਹਾਨ ਸੋਚ ਦੁਨੀਆ ਦੀ ਝੋਲੀ ਵਿੱਚ ਪਾ ਗਏ। ਜੇ ਅਸੀਂ ਭਗਤ ਸਾਹਿਬਾਨ ਦੀ ਗੱਲ ਕਰੀਏ, ਕਿੱਡੀ ਵੱਡੀ ਸੋਚ ਦੁਨੀਆ ਦੀ ਝੋਲੀ ਵਿੱਚ ਪਾ ਗਏ। ਜੇ ਅਸੀਂ ਗੁਰਸਿੱਖਾਂ ਦੀ ਬਾਣੀਕਾਰਾਂ ਦੀ ਗੱਲ ਕਰੀਏ ਤਾਂ ਕਿੱਡੀ ਵੱਡੀ ਸੋਚ। ਔਰ ਜੇ ਉਹਨਾਂ ਲੋਕਾਂ ਦੀ ਗੱਲ ਕਰੀਏ ਜਿਨ੍ਹਾਂ ਦਾ ਨਾਮ ਅਸੀਂ ਅਰਦਾਸ ਵਿੱਚ ਰੋਜ਼ ਲੈਂਦੇ ਹਾਂ, ਆਪਣੀਆਂ ਕੁਰਬਾਨੀਆਂ ਦੇ ਕੇ ਕਿੰਨਾ ਮਨੁੱਖਤਾ ਨੂੰ ਆਜ਼ਾਦੀ ਦੇ ਗਏ ਨਾ, ਉਹ ਨਿਰਾ ਜੰਮ ਕੇ ਮਰੇ ਹੀ ਨਹੀਂ, ਉਹਨਾਂ ਨੇ ਸਮਾਜ ਨੂੰ ਕੁਛ ਦਿੱਤਾ, ਬਹੁਤ ਕੁਛ ਕਰ ਗਏ। ਜੇ ਅਸੀਂ ਸਾਇੰਸ ਦੀ ਦੁਨੀਆ ਵਿੱਚ ਗੱਲ ਕਰੀਏ ਤਾਂ ਸਾਇੰਟਿਸਟ ਜਿਹੜੇ ਲੋਕ ਨੇ, ਡਾਕਟਰ, ਇੰਜੀਨੀਅਰ, ਵਿਗਿਆਨਿਕ ਆਦਿਕ ਨੇ, ਉਹਨਾਂ ਨੇ ਜਨਮ ਲਿਆ ਤੇ ਇਸ ਦੁਨੀਆ ਦੇ ਅੰਦਰ ਆਣ ਕੇ ਬਹੁਤ ਕੁਛ ਕੀਤਾ। ਜੇ ਆ ਡਾਕਟਰ ਚਸ਼ਮਿਆਂ ਦੀ ਖੋਜ ਨਾ ਕਰਦੇ ਅੱਖਾਂ ਬਾਰੇ ਤਾਂ ਅੱਧੀ ਦੁਨੀਆ ਅੰਨੀ ਫਿਰਨੀ ਸੀ। ਹੁਣ ਸਾਡੇ ਵਰਗੇ ਅਸੀਂ ਚਸ਼ਮੇ ਲਾ ਕੇ ਦੇਖ ਰਹੇ ਹਾਂ, ਉਹਨਾਂ ਨੇ ਕੁਛ ਕੀਤਾ ਨਾ। ਜਿਵੇਂ ਆ ਸ਼ੂਗਰ ਹੈ ਜਾਂ ਹੋਰ ਬਿਮਾਰੀਆਂ ਨੇ, ਇਹਨਾਂ ਦਾ ਇਲਾਜ ਜੇ ਨਾ ਲੱਭਦੇ ਤੇ ਸਾਡਾ ਕੀ ਹਾਲ ਹੁੰਦਾ। ਜਿਵੇਂ ਪੋਲੀਓ ਦੀਆਂ ਬੂੰਦਾਂ ਹੀ ਨੇ, ਜੇ ਉਹ ਬੰਦਾ ਖੋਜ ਨਾ ਕਰਦਾ ਤਾਂ ਕਿੰਨੇ ਬੱਚੇ ਪੋਲੀਓ ਦੇ ਨਾਲ ਵਿਚਾਰੇ ਗ੍ਰਸਤ ਹੁੰਦੇ ਸਨ। ਜਿਵੇਂ ਚੇਚਕ ਹੈ, ਚੇਚਕ ਨਾਲ ਕਿੰਨੀਆਂ ਮੌਤਾਂ ਹੋ ਜਾਂਦੀਆਂ ਸੀ, ਲੋਕ ਅੰਨੇ ਹੋ ਜਾਂਦੇ ਸਨ, ਬੋਲੇ ਹੋ ਜਾਂਦੇ ਸਨ। ਤਾਂ ਉਹਨਾਂ ਲੋਕਾਂ ਨੇ ਕਿੰਨਾ ਕੁਛ ਦੇ ਗਏ ਨਾ ਦੁਨੀਆ ਵਿੱਚ। ਹਵਾਈ ਜਹਾਜ਼ਾਂ ਦੀਆਂ ਖੋਜਾਂ, ਰੇਡੀਓ ਦੀਆਂ ਖੋਜਾਂ, ਟੀਵੀ ਦੀਆਂ ਖੋਜਾਂ। ਦੇਖੋ ਹੁਣ ਮੋਬਾਈਲ ਹੈ ਜਾਂ ਲੈਪਟਾਪ ਹੈ, ਇੰਟਰਨੈਟ ਵਗੈਰਾ ਹੈ, ਇਹਦੀ ਕਿਸੇ ਨੇ ਖੋਜ ਕੀਤੀ? ਤੇ ਅੱਜ ਦੇਖੋ ਕੋਈ ਇੰਗਲੈਂਡ ਬੈਠਾ ਹੈ, ਕੋਈ ਅਮਰੀਕਾ, ਕੋਈ ਕੈਨੇਡਾ, ਕੋਈ ਜਰਮਨ ਤੇ ਕੋਈ ਇੰਡੀਆ, ਤੇ ਅਸੀਂ ਸਾਰੇ ਭੈਣ ਭਰਾ ਇਕੱਠੇ ਨਾ ਇੱਕ ਦੂਜੇ ਨਾਲ ਬਿਲਕੁਲ ਸਾਹਮਣੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਹਾਂ, ਇੱਕ ਦੂਜੇ ਨੂੰ ਅਸੀਂ ਦੇਖ ਰਹੇ ਹਾਂ। ਤੇ ਜੇ ਉਹਨਾਂ ਨੇ ਖੋਜ ਨਾ ਕੀਤੀ ਹੁੰਦੀ ਤਾਂ ਫਿਰ ਇਹ ਸਹੂਲਤਾਂ ਨਹੀਂ ਸਨ ਮਿਲਣੀਆਂ। ਲੇਕਿਨ ਜਿਹੜਾ ਸੰਤ ਦਾ ਦੁਖੀ ਹੈ, ਸੰਤ ਦਾ ਮਤਲਬ ਗੁਰੂ ਦਾ ਨਿੰਦਕ ਹੈ, ਉਹ ਜੰਮਦਾ ਹੈ ਔਰ ਮਰ ਜਾਂਦਾ ਇਸ ਦੁਨੀਆ ਦੇ ਅੰਦਰ ਵਿਕਾਰ ਕਮਾ ਕੇ। ਉਹਦਾ ਫਲ ਤੇ ਕੁਛ ਵੀ ਨਹੀਂ। ਉਹ ਨਾ ਵੀ ਜੰਮਦਾ ਤਾਂ ਵੀ ਸਰ ਜਾਣਾ ਸੀ। ਤਾਂ ਜਿਹੜਾ ਗੁਰੂ ਦਾ ਨਿੰਦਕ ਹੈ ਉਹ ਇਸ ਸੰਸਾਰ ਦੇ ਉੱਤੇ ਜੰਮਦਾ ਹੈ ਔਰ ਮਰ ਜਾਂਦਾ ਹੈ, ਭਾਵ ਆਪਣੇ ਜੀਵਨ ਨੂੰ ਵਿਅਰਥ ਗਵਾ ਜਾਂਦਾ ਹੈ, ਉਹਦੇ ਤੋਂ ਲਾਭ ਨਹੀਂ ਲੈਂਦਾ। ਸੰਤ ਕੀ ਦੂਖਨਾ ਸੁਖ ਤੇ ਟਰੈ। ਦੂਖਨਾ ਦਾ ਮਤਲਬ ਨਿੰਦਿਆ, ਟਰੈ ਦਾ ਮਤਲਬ ਟਲ ਜਾਂਦਾ ਹੈ, ਵਾਂਝਿਆ ਰਹਿ ਜਾਂਦਾ ਹੈ। ਜਿਹੜਾ ਗੁਰੂ ਦੀ ਨਿੰਦਿਆ ਕਰਦਾ ਹੈ ਨਾ, ਉਸ ਨਿੰਦਿਆ ਦੇ ਕਾਰਨ ਸੁੱਖਾਂ ਤੋਂ ਵਾਂਝਾ ਰਹਿ ਜਾਂਦਾ ਹੈ, ਉਹਦੀ ਜ਼ਿੰਦਗੀ ਵਿੱਚ ਸੁੱਖ ਨਹੀਂ ਆਉਂਦੇ। ਦੇਖੋ ਸਿੰਪਲ ਗੱਲ ਹੈ, ਅਸੀਂ ਕਿਸੇ ਇਵੈਂਟਸ ਨੂੰ ਲੈ ਕੇ ਤੇ ਉਹਦੇ ਬਾਰੇ ਪੋਜ਼ਿਟਿਵ ਸੋਚਦੇ ਹਾਂ, ਚੰਗਾ ਸੋਚਦੇ ਹਾਂ, ਤਾਂ ਸਾਡੇ ਜੀਵਨ ਦੇ ਅੰਦਰ ਸ਼ਾਂਤੀ ਹੈ। ਤੇ ਜੇ ਅਸੀਂ ਬੁਰਾ ਸੋਚੀਏ, ਹੁਣ ਅਸੀਂ ਇੱਥੇ ਕਲਾਸ ਵਿੱਚ ਹਾਂ, ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ, ਪੋਜ਼ਿਟਿਵ ਸੋਚ ਰਹੇ ਹਾਂ, ਗੁਰਮਤਿ ਅਨੁਸਾਰ ਜ਼ਿੰਦਗੀ ਜੀਣ ਦੀ ਗੱਲ ਕਰ ਰਹੇ ਹਾਂ, ਸਿੱਖਣ ਦੀ ਟਰਾਈ ਕਰ ਰਹੇ ਹਾਂ ਕਿ ਅਸੀਂ ਚੰਗੇ ਇਨਸਾਨ ਬਣੀਏ ਔਰ ਆਪਣੀ ਜ਼ਿੰਦਗੀ ਵਿੱਚ ਵੀ ਜਿੱਥੇ ਸੁੱਖ ਸ਼ਾਂਤੀ ਪ੍ਰਾਪਤ ਕਰੀਏ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸੁੱਖ ਮਾਣਨ ਔਰ ਇਸ ਸਮਾਜ ਦੇ ਅੰਦਰ ਵੀ ਸੁੱਖ ਸ਼ਾਂਤੀ ਪੈਦਾ ਹੋਵੇ, ਤਾਂ ਇਹ ਸਾਨੂੰ ਸੁੱਖ ਮਿਲ ਰਿਹਾ ਨਾ। ਤੇ ਜੇ ਇੱਥੇ ਹੀ ਕਲਾਸ ਵਿੱਚ ਬੈਠ ਕੇ ਅਸੀਂ ਚੋਰੀਆਂ ਠੱਗੀਆਂ ਦੀ ਪਲੈਨਿੰਗ ਕਰੀਏ ਤਾਂ ਫਿਰ ਅਸੀਂ ਸੁੱਖਾਂ ਤੋਂ ਟਲ ਜਾਵਾਂਗੇ ਨਾ, ਵਾਂਝੇ ਰਹਿ ਜਾਵਾਂਗੇ। ਹਰ ਬੰਦਾ ਜ਼ਿੰਦਗੀ ਦੇ ਅੰਦਰ ਸੁੱਖ ਸ਼ਾਂਤੀ ਮਾਣ ਸਕਦਾ ਹੈ ਜੇ ਉਹ ਪੋਜ਼ਿਟਿਵ ਸੋਚੇ, ਜੇ ਉਹ ਗੁਣਾਂ ਦੀ ਗੱਲ ਕਰੇ, ਜੇ ਉਹ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੇ। ਪਰ ਜਿਹੜਾ ਹੁਣ ਗਿਆਨ ਦੀ ਵਰਤੋਂ ਗਲਤ ਕਰੇਗਾ ਉਹ ਸੁੱਖਾਂ ਤੋਂ ਵਾਂਝਾ ਰਹਿ ਜਾਏਗਾ। ਇਸ ਲਈ ਜੋ ਗੁਰੂ ਦਾ ਨਿੰਦਕ ਹੈ, ਜੋ ਗੁਰੂ ਤੋਂ ਉਲਟ ਬੋਲਦਾ ਹੈ, ਉਹ ਬੰਦਾ ਸੁੱਖਾਂ ਤੋਂ ਵਾਂਝਾ ਰਹਿ ਜਾਂਦਾ ਹੈ। ਸੰਤ ਕੇ ਦੋਖੀ ਕੋ ਨਾ ਹੀ ਠਾਉ। ਜੋ ਗੁਰੂ ਦਾ ਨਿੰਦਕ ਹੈ ਨਾ, ਉਹਨੂੰ ਕੋਈ ਥਾਂ ਨਹੀਂ ਮਿਲਦਾ, ਟਿਕਾਣਾ ਨਹੀਂ ਮਿਲਦਾ, ਉਹਦੇ ਅੰਦਰ ਟਿਕਾਵ ਨਹੀਂ ਹੈ, ਉਹਦੇ ਅੰਦਰ ਅਨੇਕਾਂ ਵਿਚਾਰ ਨੈਗੇਟਿਵ ਆ ਰਹੇ ਨੇ, ਉਹਦਾ ਕੋਈ ਜ਼ਿੰਦਗੀ ਦਾ ਉੱਚਾ ਏਮ ਨਹੀਂ, ਉਹਦੀ ਜ਼ਿੰਦਗੀ ਦਾ ਕੋਈ ਉੱਚਾ ਗੋਲ ਨਹੀਂ, ਉਹਦਾ ਮਨ ਕਿਸੇ ਗੁਣ ਦੇ ਉੱਤੇ ਟਿਕਦਾ ਹੀ ਨਹੀਂ, ਕਿਉਂਕਿ ਕਾਮਨ ਸੈਂਸ ਨਹੀਂ ਹੈ, ਵਿਵੇਕ ਬੁੱਧ ਨਹੀਂ ਹੈ, ਗੁਰੂ ਦੀ ਬਾਣੀ ਵਾਲਾ ਰਾਸਤਾ ਨਹੀਂ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਜਦੋਂ ਉੱਚਾ ਸੁੱਚਾ ਗੋਲ ਹੀ ਨਹੀਂ ਤਾਂ ਫਿਰ ਉਹਨੇ ਟਿਕਣਾ ਕਿੱਥੇ? ਉਹਦੀ ਜ਼ਿੰਦਗੀ ਦੇ ਅੰਦਰ ਭਟਕਣਾ ਹੈ। ਉਹ ਕੋਈ ਉੱਚਾ ਗੋਲ ਆਪਣੀ ਜ਼ਿੰਦਗੀ ਦੇ ਅੰਦਰ ਹਾਸਲ ਨਹੀਂ ਕਰ ਸਕਦਾ, ਉਹ ਕੋਈ ਚੰਗੀ ਦੇਣ ਸਮਾਜ ਨੂੰ ਨਹੀਂ ਦੇ ਸਕਦਾ,
ਉਹ ਆਪ ਵੀ ਚੰਗੀ ਜ਼ਿੰਦਗੀ ਨਹੀਂ ਜੀ ਸਕਦਾ, ਤੇ ਜਿਨ੍ਹਾਂ ਨੇ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਜੀਵੀ ਹੈ ਉਹ ਆਪ ਵੀ ਸੁਖੀ ਔਰ ਸ਼ਾਂਤ ਰਹੇ ਤੇ ਸਮਾਜ ਨੂੰ ਵੀ ਕੁਛ ਦੇ ਗਏ। ਜੇ ਆਪਾਂ ਭਗਤ ਪੂਰਨ ਸਿੰਘ ਦੀ ਗੱਲ ਕਰੀਏ ਤਾਂ ਆਪ ਵੀ ਉਹ ਸ਼ਾਂਤ ਰਹੇ ਤੇ ਕਿੰਨੇ ਲੋਕਾਂ ਨੂੰ ਸੁਖ ਦੇ ਗਏ। ਆਪ ਆਪਣੇ ਹੱਥਾਂ ਦੇ ਨਾਲ ਜਿਸ ਬੱਚੇ ਨੂੰ ਚੁੱਕ ਕੇ ਲਿਆਏ ਸਨ, ਜਿਸ ਬੱਚੇ ਨੂੰ ਮਾਂ-ਬਾਪ ਨੂੰ ਛੱਡ ਗਏ ਸਨ, ਵਿਸ਼ਟਾ ਦੇ ਨਾਲ ਲਿਬੜਿਆ ਹੋਇਆ, ਤੇ ਭਗਤ ਪੂਰਨ ਸਿੰਘ ਉਸ ਬੱਚੇ ਨੂੰ ਚੱਕ ਕੇ ਲਿਆਏ ਜਦੋਂ ਦੇਸ਼ ਡਿਵਾਈਡ ਹੋਇਆ। ਉਹਨੂੰ ਆਪ ਨੁਹਾਉਂਦੇ ਰਹੇ, ਆਪ ਪਾਲਣਾ ਕਰਦੇ ਰਹੇ, ਔਰ ਅਖੀਰ ਤੱਕ ਹਰਿਮੰਦਰ ਸਾਹਿਬ ਉਹਨੂੰ ਡੇਲੀ ਮੱਥਾ ਟਿਕਾਉਣ ਨੂੰ ਲਿਜਾਂਦੇ ਰਹੇ। ਕਿੰਨੇ ਐਸੇ ਬੱਚੇ, ਕਿੰਨੇ ਐਸੇ ਬਜ਼ੁਰਗ ਜਿਨ੍ਹਾਂ ਨੂੰ ਮਾਪਿਆਂ ਨੇ ਔਰ ਬੱਚਿਆਂ ਨੇ ਨਹੀਂ ਸੰਭਾਲਿਆ, ਉਹਨਾਂ ਦੀ ਉਹ ਸੰਭਾਲ ਕਰਦੇ ਰਹੇ, ਤੇ ਅੱਜ ਵੀ ਇੱਕ ਪਿੰਗਲਵਾੜੇ ਦੀ ਬਹੁਤ ਵੱਡੀ ਦੇਣ ਦੇ ਗਏ। ਅੱਜ ਵੀ ਉੱਥੇ ਚੀਜ਼ਾਂ ਚੱਲ ਰਹੀਆਂ ਨੇ ਨਾ, ਕਿਉਂਕਿ ਜੀਵਨ ਦੇ ਅੰਦਰ ਉਸ ਉੱਚਾ ਕਰਨ ਦੀ ਚਾਹਤ ਸੀ, ਗੁਰੂ ਦਾ ਗਿਆਨ ਸੀ ਅੰਦਰ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣਾ ਚਾਹੁੰਦੇ ਸਨ, ਦੇ ਗਏ ਸੰਸਾਰ ਨੂੰ ਕੁਛ। ਤੇ ਸਾਡੇ ਬਾਬੇ ਜਾਂ ਹੋਰ ਜਿਹੜੇ ਲੋਕ ਨੇ ਜੋ ਗੁਰੂ ਦੀ ਪਾਵਨ ਬਾਣੀ ਮੁਤਾਬਕ ਸੋਚ ਹੀ ਜਿਨ੍ਹਾਂ ਦੀ ਨਹੀਂ ਹੈ, ਉਹ ਚਾਹੇ ਮੈਂ ਆ, ਤੁਸੀਂ ਹੋ ਜਾਂ ਕੋਈ ਹੋਰ ਵੀ ਹੋ, ਉਹਨੂੰ ਟਿਕਾਣਾ ਨਹੀਂ ਮਿਲੇਗਾ, ਉਹਦੇ ਕੋਲ ਕੋਈ ਉੱਚਾ ਆਦਰਸ਼ ਨਹੀਂ ਹੋਏਗਾ। ਇਸ ਲਈ ਗੁਰੂ ਜੀ ਸਾਨੂੰ ਇੱਕ ਆਦਰਸ਼ਕ ਇਨਸਾਨ ਬਣਾਉਣਾ ਚਾਹੁੰਦੇ ਨੇ। ਸਾਡਾ ਇੱਕ ਉੱਚਾ ਆਦਰਸ਼ ਹੋਣਾ ਚਾਹੀਦਾ, ਇੱਕ ਉੱਚਾ, ਜਿਵੇਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਇੱਕ ਆਚਰਨ ਹੈ, ਔਰ ਇਸ ਆਚਰਨ ਨੂੰ ਪ੍ਰਾਪਤ ਕਰਨਾ ਸਾਡਾ ਆਦਰਸ਼ ਹੋਣਾ ਚਾਹੀਦਾ ਹੈ। ਤੇ ਜੇ ਸਾਡਾ ਇਹ ਆਦਰਸ਼ ਨਹੀਂ ਹੈ ਤਾਂ ਫਿਰ ਭਟਕਣਾ ਹੀ ਹੈ ਨਾ ਇਸ ਦੁਨੀਆ ਦੇ ਵਿੱਚ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੁਣ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਪਰ ਨਿਰਾਸ਼ ਹੋਣ ਦੀ ਲੋੜ ਨਹੀਂ। ਜੇ ਐਸਾ ਬੰਦਾ ਜਿਨੇ ਆਪਣੀ ਜ਼ਿੰਦਗੀ ਦੇ ਅੰਦਰ ਦੁੱਖ ਸਹੇੜ ਲਏ ਨੇ, ਨਿੰਦਾ ਆਦਿਕ ਦੇ ਵਿਕਾਰ ਸਹੇੜ ਲਏ ਨੇ, ਜੋ ਮਹਾ ਅਤਿਤਾਈ ਹੋ ਗਿਆ ਹੈ, ਜਿਹਦੇ ਜੀਵਨ ਦੇ ਅੰਦਰ ਭਟਕਣਾ ਹੈ, ਗੁਰੂ ਜੀ ਕਹਿੰਦੇ ਨੇ ਨਾਨਕ ਸੰਤ ਭਾਵੈ, ਜੇ ਗੁਰੂ ਨੂੰ ਭਾ ਜਾਏ, ਜੇ ਉਹ ਗੁਰੂ ਦੇ ਸ਼ਰਨ ਵਿੱਚ ਆ ਜਾਏ ਤਾਂ ਲੈ ਮਿਲਾਏ, ਗੁਰੂ ਉਹਨੂੰ ਵੀ ਰੱਬ ਦੇ ਨਾਲ ਮਿਲਾ ਦੇਵੇਗਾ, ਉਹਨੂੰ ਵੀ ਰੱਬ ਵਰਗਾ ਬਣਾ ਦੇਵੇਗਾ। ਤਾਂ ਦੇਖੋ, ਸਾਨੂੰ ਇਥੋਂ ਇਹ ਸੋਚ ਮਿਲ ਰਹੀ ਹੈ ਕਿ ਜੇ ਸਾਡੇ ਜੀਵਨ ਵਿੱਚ ਕਿਤੇ ਕਮੀਆਂ ਰਹੀਆਂ ਨੇ, ਦੋਸ਼ ਰਹੇ ਨੇ ਜਾਣੇ ਅਣਜਾਣੇ ਵਿੱਚ, ਤੇ ਜੇ ਹੁਣ ਸਮਝ ਆਈ ਹੈ ਅਸੀਂ ਰੱਬ ਦੇ ਵਿੱਚ ਅਪੇਗ ਹੋਣਾ ਚਾਹੁੰਦੇ ਹਾਂ, ਰੱਬ ਵਰਗੇ ਹੋਣਾ ਚਾਹੁੰਦੇ ਹਾਂ, ਤਾਂ ਫਿਰ ਸਿੰਪਲ ਗੱਲ ਹੈ, ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਓ। ਅੱਜ ਤੋਂ ਲੈ ਕੇ ਬਾਣੀ ਪੜ੍ਹਨੀ ਸ਼ੁਰੂ ਕਰੋ, ਗੁਰਬਾਣੀ ਦੇ ਅਰਥ ਭਾਵ ਵਿਚਾਰੋ, ਤੇ ਪ੍ਰੋਮਿਸ ਕਰ ਲਓ ਕਿ ਅੱਜ ਤੋਂ ਮੈਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਹੈ, ਵਿਕਾਰਾਂ ਤੋਂ ਖੁਲਾਸੀ ਹੋ ਜਾਏਗੀ। ਜਦੋਂ ਵੀ ਲਾਈਟ ਔਨ ਕਰੋਗੇ ਕਮਰਾ ਪ੍ਰਕਾਸ਼ ਦੇ ਨਾਲ ਭਰ ਜਾਏਗਾ। ਜਦੋਂ ਵੀ ਸੱਚ ਦੇ ਨਾਲ ਜੁੜ ਜਾਓਗੇ ਝੂਠ ਫਰੇਬ ਖਤਮ ਹੋ ਜਾਣਗੇ। ਜਦੋਂ ਵੀ ਗੁਰਮਤਿ ਨਾਲ ਜੁੜ ਜਾਓਗੇ ਮਨਮਤ ਆਟੋਮੈਟਿਕਲੀ ਖਤਮ ਹੋ ਜਾਏਗੀ। ਜਦੋਂ ਸੁੱਖਾਂ ਦੇ ਨਾਲ ਜੁੜ ਜਾਓਗੇ ਦੁੱਖ ਚਲੇ ਜਾਣਗੇ। ਸੰਤ ਦਾ ਦੁੱਖ ਹੀ ਅਧ ਬੀਚ ਤੇ ਟੁੱਟੈ। ਜਿਹੜਾ ਗੁਰੂ ਦਾ ਨਿੰਦਕ ਹੈ ਉਹ ਵਿਚਕਾਰੋਂ ਟੁੱਟ ਜਾਂਦਾ ਹੈ। ਹੁਣ ਵਿਚਕਾਰੋਂ ਟੁੱਟਣ ਦਾ ਮਤਲਬ ਇਹ ਨਹੀਂ ਹੈ ਕਿ ਉਹਦਾ ਲੱਕ ਟੁੱਟ ਜਾਂਦਾ ਹੈ। ਵਿਚਕਾਰੋਂ ਟੁੱਟਣ ਦਾ ਮਤਲਬ ਉਹ ਕਾਮਯਾਬ ਨਹੀਂ ਹੁੰਦਾ। ਅਗਲੀ ਪੰਕਤੀ ਦੇ ਨਾਲ ਇਹਦਾ ਅਰਥ ਸਾਫ਼ ਹੋ ਜਾਏਗਾ। ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ। ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ। ਕਿਤੇ ਕਾਜ ਦਾ ਮਤਲਬ ਕਿਸੇ ਕੰਮ ਵਿੱਚ ਵੀ ਨਾ ਪਹੁੰਚੇ ਦਾ ਮਤਲਬ ਉਹਦਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ, ਅੱਧ ਵਿਚਕਾਰ ਟੁੱਟ ਜਾਂਦਾ। ਹੁਣ ਜਿਹੜੇ ਗੁਰੂ ਦੇ ਨਿੰਦਕ ਨੇ, ਗੁਰੂ ਤੋਂ ਉਲਟ ਨੇ, ਉਹ ਕੁਝ ਚੰਗਾ ਕਰਨਾ ਚਾਹੁੰਦੇ ਨੇ ਪਰ ਕਰ ਨਹੀਂ ਪਾਉਂਦੇ, ਵਿਚਕਾਰ ਹੀ ਰਹਿ ਜਾਂਦਾ ਸਾਰਾ ਕੁਝ। ਦੇਖ ਲਓ ਤੁਸੀਂ ਆਪਣੇ ਜਿਹੜੇ ਆ, ਜੇ ਅਸੀਂ ਇੱਕ ਝਾਤ ਛੋਟੀ ਜੀ ਬਾਬਿਆਂ ਵੱਲ ਮਾਰ ਲਈਏ ਤਾਂ ਗੁਰਮਤ ਤੋਂ ਉਲਟ ਜ਼ਿੰਦਗੀ ਜੀਵੀ ਨਾ, ਗ੍ਰਸਤ ਨੂੰ ਛੱਡਿਆ ਔਰ ਮਨਮਤੀ ਕਰਮ ਕਰਨਾ ਚਾਹਿਆ ਕਿ ਸਮਾਜ ਦਾ ਕੁਝ ਭਲਾ ਕਰਾਂਗੇ, ਪਰ ਕਿਸੇ ਕਾਜ ਤੇ ਪਹੁੰਚੇ ਕਿਤੇ ਵੀ ਨਾ, ਜੇਲ੍ਹਾਂ ਵਿੱਚ ਬੈਠੇ ਨੇ, ਸਿਰੇ ਚੜ੍ਹਨਾ ਹੀ ਨਹੀਂ ਕੰਮ, ਕਿਉਂਕਿ ਜਦੋਂ ਉਹਦਾ ਬੇਸ ਹੀ ਠੀਕ ਨਹੀਂ ਹੈ, ਜਦੋਂ ਗਿਆਨ ਨਹੀਂ, ਕਾਮਨ ਸੈਂਸ ਨਹੀਂ, ਜਦੋਂ ਰਾਸਤਾ ਹੀ ਉਲਟ ਹੈ, ਡਾਇਰੈਕਸ਼ਨ ਗਲਤ ਹੈ, ਤਾਂ ਡੈਸਟੀਨੇਸ਼ਨ ਤੇ ਕਿਵੇਂ ਪਹੁੰਚੋਗੇ? ਡੈਸਟੀਨੇਸ਼ਨ ਸੀ ਰੱਬ ਵਿੱਚ ਮਿਲਣਾ, ਤੇ ਡਾਇਰੈਕਸ਼ਨ ਸੀ ਗੁਰੂ ਦੀ ਪਾਵਨ ਬਾਣੀ ਦਾ ਰਾਹ, ਵੇ ਆਫ ਲਾਈਫ। ਹੁਣ ਡੈਸਟੀਨੇਸ਼ਨ ਤੇ ਨਿਸ਼ਚਿਤ ਕਰ ਲਈ, ਲੇਕਿਨ ਵੇ ਆਫ ਲਾਈਫ, ਜੀਵਨ ਦਾ ਢੰਗ, ਡਾਇਰੈਕਸ਼ਨ ਗਲਤ ਹੈ,
ਤਾਂ ਗਲਤ ਡਾਇਰੈਕਸ਼ਨ ਤੇ ਚੱਲ ਕੇ ਤੇ ਕਿਤੇ ਵੀ ਨਹੀਂ ਨਾ ਪਹੁੰਚੋ ਕਿ ਅੱਧ ਵਿਚਕਾਰ ਹੀ ਟੁੱਟ ਜਾਓਗੇ, ਜੀਵਨ ਵਿਅਰਥ ਹੋ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਸੰਤਰਾ ਨਿੰਦਕ ਹੈ, ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਜੀਵਨ ਨਹੀਂ ਬਿਤਾਉਂਦਾ, ਉਹਦਾ ਕੰਮ ਕੋਈ ਸਿਰੇ ਨਹੀਂ ਚੜਦਾ। ਭਾਵ ਕਿ ਉਹਦੇ ਕੰਮਾਂ ਦਾ ਜਿਹੜਾ ਰਿਜ਼ਲਟ ਹੈ ਉਹ ਸੁੱਖ ਰੂਪ ਵਿੱਚ ਨਹੀਂ ਨਿਕਲਦਾ, ਉਹਦੇ ਕੀਤੇ ਹੋਏ ਕੰਮਾਂ ਦੇ ਵਿੱਚੋਂ ਦੁੱਖ ਹੀ ਪੈਦਾ ਹੁੰਦੇ ਨੇ, ਚਿੰਤਾਵਾਂ ਹੀ ਪੈਦਾ ਹੁੰਦੀਆਂ ਨੇ। ਸੰਤ ਕੇ ਦੋਖੀ ਕੋ ਉਦਿਆਨ ਭਰਮਾਈਐ। ਭਵਾਈਏ ਦਾ ਮਤਲਬ ਭਰਮਾਇਆ ਜਾਂਦਾ ਹੈ, ਉਦਿਆਨ ਦਾ ਮਤਲਬ ਜੰਗਲਾਂ ਵਿੱਚ। ਜਿਹੜਾ ਗੁਰੂ ਦਾ ਨਿੰਦਕ ਹੈ, ਗੁਰੂ ਜੀ ਕਹਿੰਦੇ ਨੇ ਸਮਝ ਲਓ ਕਿ ਉਹਨੂੰ ਜੰਗਲਾਂ ਵਿੱਚ ਭਟਕਾਇਆ ਜਾ ਰਿਹਾ ਹੈ। ਹੁਣ ਜੰਗਲ ਬਾਰੇ ਆਪਾਂ ਪਹਿਲਾਂ ਕਈ ਵਾਰ ਗੱਲ ਕੀਤੀ ਹੈ। ਜੰਗਲ ਦੇ ਅੰਦਰ ਬੇਤਰਤੀਬੀ ਹੈ ਤੇ ਰੁੱਖ ਦਰਖਤ ਹੀ ਨੇ, ਇੱਕ ਦੂਜੇ ਦੇ ਵਿੱਚ ਫਸੇ ਨੇ। ਜੰਗਲਾਂ ਵਿੱਚ ਜੰਗਲੀ ਜਾਨਵਰਾਂ ਦਾ ਖਤਰਾ ਹੈ, ਸੱਪ ਬਿੱਛੂ ਆਦਿ ਕੁਝ ਵੱਢ ਸਕਦਾ ਹੈ, ਸ਼ੇਰ ਚੀਤਾ ਬਘਿਆੜ ਪੈ ਸਕਦਾ ਹੈ, ਉਥੇ ਚੋਰ ਲੁਟੇਰੇ ਡਾਕੂ ਹੋ ਸਕਦੇ ਨੇ। ਤੇ ਜੰਗਲ ਦੇ ਅੰਦਰ ਜੇ ਭਟਕਿਆ ਹੋਇਆ ਬੰਦਾ ਰਾਹ ਲੱਭੇ ਹੀ ਨਾ, ਖਤਰਾ ਹੈ ਨਾ, ਸੁੱਖ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਨਿੰਦਕ ਹੈ ਨਾ, ਉਹ ਇੰਜ ਫਿਰਦਾ ਜਿਵੇਂ ਜੰਗਲ ਦੇ ਅੰਦਰ ਭਟਕਿਆ ਹੋਇਆ ਹੈ। ਉਹਦਾ ਜੀਵਨ ਹੀ ਜੰਗਲ ਬਣ ਜਾਂਦਾ। ਕਾਮ ਕ੍ਰੋਧ ਲੋਭ ਆਦਿਕ ਉਹਦੇ ਅੰਦਰ ਐਸੇ ਚੋਰ ਲੁਟੇਰੇ ਖਤਰਨਾਕ ਵਿਕਾਰ ਪੈਦਾ ਹੋ ਜਾਂਦੇ ਨੇ, ਔਰ ਜੰਗਲਾਂ ਦੇ ਅੰਦਰ ਭਟਕਣ ਵਾਲੇ ਇਨਸਾਨ ਦੀ ਤਰ੍ਹਾਂ ਉਹ ਬਣ ਜਾਂਦਾ ਹੈ। ਉਹਦੀ ਜ਼ਿੰਦਗੀ ਵਿੱਚ ਭਟਕਣਾ ਹੀ ਭਟਕਣਾ ਹੈ, ਵਿਕਾਰਾਂ ਦੀ ਭਟਕਣਾ, ਬੇਤਰਤੀਬੀ ਹੈ ਉਹਦੇ ਜੀਵਨ ਦੇ ਅੰਦਰ। ਸੰਤ ਕਾ ਦੋਖੀ ਉਜੜ ਪਾਈਏ। ਉਜੜ ਦਾ ਮਤਲਬ ਔਜੜ ਰਾਹ, ਕੁਰਾਏ। ਜਿਹੜਾ ਗੁਰੂ ਦਾ ਨਿੰਦਕ ਹੈ ਉਹ ਕੁਰਾਏ ਪੈ ਜਾਂਦਾ ਹੈ, ਡਾਇਰੈਕਸ਼ਨ ਉਹਦੀ ਠੀਕ ਨਹੀਂ ਹੈ। ਤੇ ਜਿਹੜਾ ਕੁਰਾਏ ਪੈ ਜਾਏ ਕਿ ਉਹ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ ਹੈ? ਕਦੇ ਵੀ ਨਾ। ਅਸੀਂ ਦੇਖਦੇ ਹਾਂ, ਦੇਖੋ ਇਸ ਦੁਨੀਆ ਵਿੱਚ ਜੇ ਅਸੀਂ ਸਿਰਫ ਆਪਣੀ ਗੱਲ ਕਰੀਏ ਤਾਂ ਅਸੀਂ ਕਿੰਨੇ ਕੰਮ ਕਰ ਰਹੇ ਹਾਂ ਧਰਮ ਦੇ ਨਾਮ ਤੇ। ਦੇਖੋ ਗੁਰਦੁਆਰਿਆਂ ਵਿੱਚ, ਮੰਦਿਰ ਮਸਜਿਦਾਂ ਵਿੱਚ ਲੋਕ ਜਾ ਰਹੇ ਨੇ ਆਪੋ ਆਪਣੇ ਹਿਸਾਬ ਦੇ ਨਾਲ, ਕੋਈ ਦੇਵੀਆਂ ਦੇਵਤਿਆਂ ਨੂੰ ਭੋਗ ਲਵਾ ਰਿਹਾ ਤੇ ਕੋਈ ਹੋਰ ਢੰਗ ਦੇ ਨਾਲ ਭੋਗ ਲਵਾ ਰਿਹਾ, ਬੱਤੀਆਂ ਧੂਫਾਂ ਦਿਖਾ ਰਹੇ ਨੇ, ਮੱਥੇ ਟੇਕ ਰਹੇ ਨੇ, ਦਾਨ ਪੁੰਨ ਕਰ ਰਹੇ ਨੇ, ਤੀਰਥਾਂ ਤੇ ਨਹਾ ਰਹੇ ਨੇ, ਪਾਠ ਪੂਜਾ ਕਰ ਰਹੇ ਨੇ। ਕੋਈ ਇੱਕ ਕਰਮ ਥੋੜਾ, ਕਰੋੜਾਂ ਕਰਮ ਕਰ ਰਿਹਾ। ਪਰ ਕੀ ਇਹ ਸਾਰੇ ਕਰਮ ਕਰਨ ਦੇ ਨਾਲ ਸਾਨੂੰ ਰੱਬ ਮਿਲ ਗਿਆ ਜਾਂ ਸਾਡੀ ਜ਼ਿੰਦਗੀ ਵਿੱਚ ਸ਼ਾਂਤੀ ਆ ਗਈ ਹੈ, ਜਾਂ ਜੈਸੀ ਜ਼ਿੰਦਗੀ ਅਸੀਂ ਚਾਹੁੰਦੇ ਹਾਂ ਵੈਸੀ ਜ਼ਿੰਦਗੀ ਬਣ ਗਈ ਹੈ? ਸਮਾਜ ਦਾ ਕੀ ਭਲਾ ਹੋਇਆ ਹੈ? ਪਗ ਉਪੇ ਤਾਣਾ ਆਪਣਾ ਕੀਆ ਕਮਾਣਾ, ਆਲਮਲ ਖਾਈ ਸਿਰਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਰਹੇ ਬੇਬਾਣੀ ਮੜੀ ਮਸਾਣੀ, ਆਂਦ ਨ ਜਾਣੇ ਫਿਰ ਪਛਤਾਣੀ। ਇਹਨਾਂ ਕੰਮਾਂ 'ਚ ਤੇ ਪਛਤਾਵਾ ਹੀ ਮਿਲਿਆ ਹੈ। ਦੇਸ਼ ਛੋੜ ਪਰਦੇਸਾਂ ਧਾਇਆ, ਪੰਚ ਨਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੁਕਾ। ਹੁਣ ਇਹ ਸਾਰੇ ਕੰਮ ਕਰਕੇ ਸਾਨੂੰ ਕੱਖ ਵੀ ਨਹੀਂ ਪੱਲੇ ਪਿਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੋਂਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਿਓ, ਅਧਿਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਬਿਦ ਮਿਲਣ ਜਾਈ। ਇਹਨਾਂ ਚੀਜ਼ਾਂ ਨਾਲ ਤੇ ਮਿਲਾਪ ਹੀ ਨਹੀਂ ਹੋਇਆ। ਤਾਂ ਸੰਤ ਕਾ ਨਿੰਦਕ ਉਜੜ ਪਾਈਏ। ਜਿਹੜਾ ਗੁਰੂ ਦਾ ਨਿੰਦਕ ਹੈ ਨਾ, ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਉਹ ਬੰਦਾ ਕੁਰਾਏ ਪੈ ਜਾਂਦਾ ਹੈ। ਉਹ ਜੀਵਨ ਦੇ ਕਿਸੇ ਉੱਚੇ ਆਦਰਸ਼ ਦੀ ਪ੍ਰਾਪਤੀ ਨਹੀਂ ਕਰ ਸਕਦਾ। ਤੇ ਨਾਲ ਕਹਿੰਦੇ ਨੇ ਸੰਤ ਕਾ ਦੋਖੀ ਉਜੜ ਪਾਈਏ। ਸੰਤ ਕਾ ਦੋਖੀ ਅੰਤਰ ਤੇ ਥੋਥਾ। ਥੋਥਾ ਦਾ ਮਤਲਬ ਖਾਲੀ। ਜਿਹੜਾ ਗੁਰੂ ਦਾ ਨਿੰਦਕ ਹੈ ਨਾ, ਜੋ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਦਾ, ਉਹ ਅੰਦਰੋਂ ਬਿਲਕੁਲ ਖਾਲੀ ਹੈ। ਉਹਦੇ ਅੰਦਰ ਕੁਝ ਵੀ ਨਹੀਂ। ਬਾਹਰੋਂ ਮੇਰੇ ਵਰਗੇ ਚੋਲੇ ਪਾਏ ਨੇ, ਦਸਤਾਰ ਬੰਨੀ ਹੈ, ਕਿਰਪਾਨ ਪਾਈ ਹੈ, ਬਾਹਰੀ ਤੌਰ ਦੇ ਉੱਤੇ ਤਿਲਕ ਲਾਇਆ ਹੈ, ਮਾਲਾ ਪਾਈਆਂ ਨੇ, ਗੱਲਾਂ ਧਰਮ ਦੀਆਂ ਕਰ ਰਿਹਾ ਹੈ, ਲੇਕਿਨ ਅੰਦਰੋਂ ਖਾਲੀ। ਜਦੋਂ ਜੀਵਨ ਪਰਖੋਗੇ, ਜੀਵਨ ਵਿੱਚ ਕੁਝ ਵੀ ਨਹੀਂ ਹੈ। ਨਾ ਸੱਚ ਹੈ, ਨਾ ਸੰਤੋਖ ਹੈ, ਨਾ ਦਇਆ ਹੈ, ਨਾ ਧਰਮ ਹੈ, ਕੁਝ ਵੀ ਨਹੀਂ। ਕਿਉਂਕਿ ਗੁਰੂ ਦੇ ਗਿਆਨ ਰਾਹੀਂ ਹੀ ਜ਼ਿੰਦਗੀ ਦੇ ਅੰਦਰ ਸੱਚ ਆਉਣਾ ਸੀ। ਗੁਰੂ ਦੇ ਗਿਆਨ ਰਾਹੀਂ ਵੱਡਾ ਏਮ ਬਣਨਾ ਸੀ ਨਾ ਜ਼ਿੰਦਗੀ ਦਾ। ਏਕ ਪਿਤਾ ਏਕਸ ਕੇ ਹਮ ਬਾਰਿਕ ਵਾਲੀ ਜ਼ਿੰਦਗੀ ਜੀਣੀ ਸੀ, ਪਰ ਜ਼ਿੰਦਗੀ ਨਹੀਂ ਜੀਵੀ, ਅੰਦਰੋਂ ਖਾਲੀ ਹੈ। ਸਭ ਮੈਂ ਜੋਤ ਜੋਤ ਹੈ ਸੋਏ ਕਹਿ ਰਹੇ ਹਾਂ, ਪਰ ਅੰਦਰੋਂ ਖਾਲੀ ਆ। ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਹੈਗਾ। ਜਾਣੋ ਜੋਤ ਨਾ ਪੁੱਛੋ ਜਾਤੀ, ਕਿ ਰੱਬ ਦੀ ਜੋਤ ਵੇਖੋ, ਜਾਤ ਨਾ ਵੇਖੋ। ਕਹਿ ਤੇ ਇਹ ਰਹੇ ਆ, ਪੜ੍ਹ ਤੇ ਇਹ ਰਹੇ ਆ, ਤੇ ਸਾਰਿਆਂ ਦੇ ਨਾਮਾਂ ਦੇ ਪਿੱਛੇ ਸਰਨੇਮ ਲੱਗੇ ਹੋਏ ਨੇ, ਤੇ ਫਿਰ ਉਹਦੇ ਵਾਸਤੇ ਅਸੀਂ ਪ੍ਰਮਾਣ ਦੇ ਰਹੇ ਹਾਂ। ਤੇ ਹਕੀਕਤ ਇਹ ਹੈ ਕਿ ਜਾਤਾਂ ਦੇ ਨਾਮ ਤੇ ਗੁਰਦੁਆਰੇ ਬਣਾ ਬੈਠੇ ਹਾਂ।
ਇਹਨੂੰ ਕਹਿੰਦੇ ਨੇ ਅੰਤਰ ਤੇ ਥੋਥਾ। ਇਹਨੂੰ ਕਹਿੰਦੇ ਨੇ ਅੰਦਰੋਂ ਖਾਲੀ, ਬਾਹਰੋਂ ਹੋਰ, ਅੰਦਰੋਂ ਹੋਰ, ਅੰਦਰੋਂ ਖਾਲੀ। ਜਿਹੜਾ ਗੁਰੂ ਦਾ ਨਿੰਦਕ ਹੈ, ਗੁਰਮਤ ਤੋਂ ਉਲਟ ਚੱਲਣ ਵਾਲਾ ਹੈ, ਜੋ ਗਿਆਨ ਦੀ ਸਹੀ ਵਰਤੋਂ ਨਹੀਂ ਕਰਦਾ, ਉਹ ਅੰਦਰੋਂ ਖਾਲੀ ਹੈ। ਤੇ ਉਹਦੀ ਹਾਲਾਤ ਕੈਸੀ ਹੈ? ਜਿਉ ਸਾਸ ਬਿਨਾ ਮਿਰਤਕ ਕੀ ਲੋਥਾ। ਲੋਥਾ ਦਾ ਮਤਲਬ ਲਾਸ਼। ਜਿਵੇਂ ਪ੍ਰਾਣਾ ਤੋਂ ਬਿਨਾ ਮੁਰਦਾ ਲਾਸ਼ ਹੁੰਦੀ ਹੈ, ਮੁਰਦਾ ਲਾਸ਼ ਪਈ ਹੈ ਨਾ, ਕਮੀ ਤੇ ਉਹਦੇ ਵਿੱਚ ਕੋਈ ਵੀ ਨਹੀਂ ਹੈ। ਹੱਥ ਵੀ ਨੇ, ਪੈਰ ਵੀ ਨੇ, ਅੱਖਾਂ ਵੀ ਨੇ, ਸਾਰੇ ਸਰੀਰ ਠੀਕ ਹੈ। ਪਹਿਲੋਂ ਉਹਨੂੰ ਬੁਖਾਰ ਚੜਿਆ ਸੀ ਜਦੋਂ ਮਰਨ ਤੋਂ ਪਹਿਲਾਂ, ਹੁਣ ਤੇ ਬੁਖਾਰ ਵੀ ਲੈ ਗਿਆ, ਹੁਣ ਤੇ ਉਹਨੂੰ ਸ਼ੂਗਰ ਵੀ ਨਹੀਂ ਰਹੀ, ਟੀਵੀ ਵੀ ਖਤਮ ਹੋ ਗਈ, ਹੁਣ ਤੇ ਕੁਛ ਹੈ ਨਹੀਂ, ਲੇਕਿਨ ਮ੍ਰਿਤਕ ਹੈ। ਅੱਖਾਂ ਹੈ ਨੇ, ਵੇਖ ਨਹੀਂ ਸਕਦਾ, ਕੰਨ ਹੈ ਨੇ, ਸੁਣ ਨਹੀਂ ਸਕਦਾ। ਪਹਿਲੋਂ ਕੀ ਹੁੰਦਾ ਸੀ, ਜੱਫੀ ਪਾ ਕੇ ਮਿਲਦਾ ਸੀ, ਹੁਣ ਕੋਈ ਆਵੇ ਆਵੇ। ਪਹਿਲਾਂ ਸਵੇਰੇ ਨਹਾਉਂਦਾ ਸੀ, ਅੱਜ ਕੋਈ ਨਵਾ ਦੇ, ਨਾ ਨਵਾਏ, ਨਾ ਨਵਾਏ। ਮ੍ਰਿਤਕ। ਉਹਨੂੰ ਕੋਈ ਮਹਿਸੂਸ ਨਹੀਂ ਮੇਰੇ ਕੋਲ ਕੋਈ ਰੋ ਰਿਹਾ ਕਿ ਹੱਸ ਰਿਹਾ, ਮ੍ਰਿਤਕ ਹੈ ਨਾ। ਅੱਜ ਦਾ ਬੰਦਾ ਬਹੁ ਗਿਣਤੀ ਜਿਹੜੀ ਹੈ, ਤੁਹਾਡੇ ਕੋਲ ਕੋਈ ਰੋ ਰਿਹਾ ਹੈ, ਕੋਈ ਦੁਖੀ ਹੈ, ਮੇਰੇ ਕੋਲ ਕੋਈ ਰੋ ਰਿਹਾ ਹੈ, ਦੁਖੀ ਹੈ, ਮੈਂ ਉਹਦੇ ਦੁੱਖ ਨੂੰ ਦੂਰ ਕਰ ਸਕਣਾ, ਪਰ ਮੈਂ ਉਹਦੇ ਦੁੱਖ ਨੂੰ ਸਮਝਦਾ ਨਹੀਂ ਤਾਂ ਮੈਂ ਮੁਰਦਾ ਲਾਸ਼ ਹੀ ਹਾਂ। ਮੈਂ ਕਿਸੇ ਦੇ ਦੁੱਖਾਂ ਨੂੰ ਫੀਲ ਨਹੀਂ ਕਰਦਾ, ਕਿਸੇ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ, ਮੈਂ ਚੱਲਦਾ ਫਿਰਦਾ ਇੱਕ ਮੁਰਦਾ ਹੀ ਹਾਂ ਨਾ। ਤਾਂ ਗੁਰੂ ਜੀ ਕਹਿੰਦੇ ਨੇ ਜਿਵੇਂ ਮੁਰਦੇ ਦੀ ਲਾਸ਼, ਮੁਰਦਾ ਲਾਸ਼ ਹੁੰਦੀ ਹੈ ਨਾ, ਜਿਹੜਾ ਗੁਰੂ ਦਾ ਨਿੰਦਕ ਹੈ, ਗੁਰੂ ਦੀ ਬਾਣੀ ਤੋਂ ਉਲਟ ਚੱਲਣ ਵਾਲਾ ਹੈ, ਉਹ ਮੁਰਦਾ ਲਾਸ਼ ਦੀ ਤਰ੍ਹਾਂ ਹੁੰਦਾ ਹੈ। ਉਹਦੇ ਅੰਦਰ ਇਨਸਾਨੀਅਤ ਨਹੀਂ ਹੁੰਦੀ, ਉਹਦੀ ਅੰਦਰੋਂ ਜ਼ਮੀਰ ਮਰ ਜਾਂਦੀ ਹੈ। ਸੰਤ ਕੇ ਦੋਖੀ ਕੀ ਜੜ ਕਿਛ ਨਾ ਹੈ। ਜੜ, ਉਹਦੀ ਕੋਈ ਜੜ ਨਹੀਂ ਹੁੰਦੀ। ਜੜ ਦਾ ਮਤਲਬ ਬੇਸ, ਉਹਦਾ ਕੋਈ ਚੰਗਾ ਬੇਸ ਨਹੀਂ ਹੁੰਦਾ। ਸੱਚਾਈ, ਦਇਆ, ਧਰਮ ਬੇਸ ਚਾਹੀਦਾ ਸੀ ਨਾ, ਲੇਕਿਨ ਜਿਹੜਾ ਗੁਰੂ ਦਾ ਨਿੰਦਕ ਉਹਦਾ ਤੇ ਬੇਸ ਹੀ ਨਹੀਂ ਹੈ, ਉਹਦਾ ਤੇ ਬੇਸ ਹੀ ਬੇਈਮਾਨੀ ਹੈ, ਝੂਠ ਹੈ। ਜੜ ਦਾ ਮਤਲਬ ਬੇਸ, ਉਹਦੀ ਕੋਈ ਨੀਂਹ ਪੱਕੀ ਨਹੀਂ, ਉਹਦੀ ਕੋਈ ਪਾਇਆ ਨਹੀਂ ਹੈ। ਜਿਹੜੇ ਰੁੱਖਾਂ ਦੀਆਂ ਜੜਾਂ ਜ਼ਿਆਦੀਆਂ ਗਹਿਰੀਆਂ ਹੁੰਦੀਆਂ ਨੇ ਨਾ, ਉਹ ਹਨੇਰੀਆਂ ਵਿੱਚ ਡਿੱਗਦੇ ਨਹੀਂ। ਜਿਨ੍ਹਾਂ ਮਕਾਨਾਂ ਦੀਆਂ ਨੀਹਾਂ ਬਹੁਤ ਮਜ਼ਬੂਤ ਹੁੰਦੀਆਂ ਨੇ, ਉਹ ਇਮਾਰਤਾਂ ਹੀ ਕਾਮਯਾਬ ਹੁੰਦੀਆਂ ਨੇ। ਜਿਨ੍ਹਾਂ ਦੀ ਨੀਂਹ ਕਮਜ਼ੋਰ ਹੋਵੇ, ਜੜ ਕਮਜ਼ੋਰ ਹੋਵੇ, ਟੁੱਟੇ ਜਾਂਦੇ ਨੇ ਲੋਕ। ਬੇਸ ਤਾਂ ਉਹਨਾਂ ਦੀ ਕੋਈ ਬੇਸ ਨਹੀਂ ਹੁੰਦਾ, ਬਿਨਾਂ ਬੇਸ ਤੋਂ ਹੀ ਨੇ। ਉਹਨਾਂ ਦਾ ਬੇਸ ਹੀ ਕਾਮ, ਕ੍ਰੋਧ, ਲੋਭ ਆਦਿਕ ਬਣ ਜਾਂਦਾ ਹੈ। ਆਪਨ ਬੀਜ ਆਪੇ ਹੀ ਖਾਹੇ, ਤੇ ਇਹ ਨਿੰਦਿਆ ਦੀ ਬੀਜ ਬੀਜ ਕੇ ਉਹ ਆਪ ਹੀ ਖਾਂਦੇ ਨੇ ਨਿੰਦਿਆ ਦਾ ਫਲ। ਜਿਹੜਾ ਵੀ ਨਿੰਦਿਆ ਕਰੇਗਾ ਗੁਰੂ ਦੀ, ਗੁਰੂ ਦੇ ਸਿਧਾਂਤਾਂ ਦੇ ਖਿਲਾਫ ਬੋਲੇਗਾ, ਬਾਣੀ ਤੋਂ ਉਲਟ ਜ਼ਿੰਦਗੀ ਜੀਵੇਗਾ, ਉਹਦਾ ਫਲ ਭਾਈ ਉਹਨੇ ਆਪ ਹੀ ਖਾਣਾ, ਦੂਜੇ ਨੇ ਥੋੜਾ। ਹੁਣ ਮੈਂ ਸ਼ਾਮ ਸਵੇਰੇ ਸ਼ਰਾਬ ਪੀਂਦਾ ਵਾਂ ਤਾਂ ਕਿਡਨੀ ਮੇਰੀ ਖਰਾਬ ਹੋਏਗੀ, ਲੀਵਰ ਮੇਰਾ ਖਰਾਬ ਹੋਏਗਾ, ਤੁਹਾਡਾ ਥੋੜਾ। ਜੇ ਮੈਂ ਗੁਰੂ ਤੋਂ ਉਲਟ ਜ਼ਿੰਦਗੀ ਜੀ ਰਿਹਾ, ਝੂਠ ਬੋਲਣਾ, ਵਿਭਚਾਰ ਕਮਾਨਾ, ਤਾਂ ਇਹਦਾ ਫਲ ਮੈਂ ਹੀ ਖਾਣਾ, ਤੁਸੀਂ ਥੋੜੀ ਖਾਣਾ, ਮੇਰੇ ਘਰਦਿਆਂ ਨੇ ਥੋੜੀ ਖਾਣਾ। ਜੇ ਮੈਂ ਕਰੈਕਟਰਲੈਸ ਹਾਂ ਤਾਂ ਉਹਦਾ ਫਲ ਵੀ ਤੇ ਮੈਨੂੰ ਹੀ ਭੁਗਤਣਾ ਪੈਣਾ ਨਾ, ਬੇਪੱਤੀ ਮੇਰੀ ਹੋਣੀ ਹੈ। ਜਿਹੜਾ ਵੀ ਬੰਦਾ ਗੁਰਬਾਣੀ ਤੋਂ ਉਲਟ ਜ਼ਿੰਦਗੀ ਜੀਵੇਗਾ, ਉਹਦਾ ਫਲ ਉਹਨੂੰ ਆਪ ਖਾਣਾ ਪੈਣਾ ਹੈ। ਹਰ ਇਨਸਾਨ ਨੂੰ ਆਪਣੇ ਕਰਮਾਂ ਦਾ ਫਲ ਆਪ ਭੋਗਣਾ ਪੈਣਾ ਹੈ, ਐਸੇ ਦੁਨੀਆ ਵਿੱਚ, ਐਸੇ ਜ਼ਿੰਦਗੀ ਦੇ ਵਿੱਚ। ਸੰਤ ਕੇ ਦੋਖੀ ਕੋ ਅਵਰ ਨਾ ਰਾਖਣ ਹਾਰ। ਗੁਰੂ ਜੀ ਕਹਿੰਦੇ ਨੇ ਜਿਹੜਾ ਗੁਰੂ ਦਾ ਨਿੰਦਕ ਹੈ ਨਾ, ਉਹਨੂੰ ਕੋਈ ਹੋਰ ਬਚਾਉਣ ਵਾਲਾ ਨਹੀਂ। ਜੇ ਕੋਈ ਕਵੇ ਕਿ ਉਹਨੂੰ ਬਚਾ ਲਵੇ ਇਹਨਾਂ ਵਿਕਾਰਾਂ ਤੋਂ, ਕੋਈ ਬਾਬੇ ਤੇ ਆਪ ਗੁਰੂ ਕੇ ਨਿੰਦਕ ਵੇਖੇ ਜਾ ਸਕਦੇ ਨੇ ਬਹੁਤੇ। ਗੁਰਮਤ ਤੋਂ ਉਲਟ ਜ਼ਿੰਦਗੀ, ਕੋਈ ਦੇਵੀ, ਕੋਈ ਦੇਵਤਾ, ਕੋਈ ਪੀਰ, ਕੋਈ ਫਕੀਰ, ਕੋਈ ਮੜੀ, ਕੋਈ ਮਸਾਨ, ਕੋਈ ਜੰਤਰ ਮੰਤਰ ਤੰਤਰ, ਕੋਈ ਟੂਣਾ, ਕੋਈ ਤਵੀਤ, ਕੋਈ ਸ਼ਨੀ ਗ੍ਰਹਿ ਤੇ ਕੋਈ ਮੰਗਲ ਗ੍ਰਹਿ, ਕੋਈ ਦਾਨ ਪੁੰਨ, ਕੋਈ ਤੀਰਥ ਨੂੰ ਬਚਾ ਨਹੀਂ ਸਕਦਾ। ਸੰਤ ਕੇ ਦੋਖੀ ਕੋ ਅਵਰ ਨਾ ਰਾਖਣ ਹਾਰ। ਅਵਰ ਦਾ ਮਤਲਬ ਕੋਈ ਵੀ ਕੰਮ ਉਹਨੂੰ ਵਿਕਾਰਾਂ ਤੋਂ, ਪਾਪਾਂ ਤੋਂ, ਆਤਮਕ ਮੌਤ ਤੇ ਮਰਨ ਤੋਂ ਬਚਾ ਨਹੀਂ ਸਕਦਾ। ਨਾਨਕ ਸੰਤ ਭਾਵੈ ਤਾਂ ਲੈ ਉਬਾਰ। ਜੇ ਗੁਰੂ ਨੂੰ ਪਾ ਜਾਏ, ਜੇ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਏ, ਤਾਂ ਗੁਰੂ ਉਹਨੂੰ ਬਚਾ ਸਕਦਾ ਹੈ, ਗੁਰੂ ਉਹਨੂੰ ਸਹੀ ਰਾਸਤੇ ਤੇ ਪਾ ਸਕਦਾ ਹੈ। ਤਾਂ ਇਹਦਾ ਮਤਲਬ ਜੇ ਹੁਣ ਤੱਕ ਸਾਡੇ ਤੋਂ ਜਾਂ ਕਿਸੇ ਤੋਂ ਜਾਣੇ ਅਣਜਾਣੇ ਵਿੱਚ ਗਲਤ ਰਾਸਤਾ ਚੁਣਿਆ ਗਿਆ ਹੈ, ਗੁਰਮਤ ਤੋਂ ਉਲਟ ਜ਼ਿੰਦਗੀ ਜੇ ਕਿਸੇ ਨੇ ਜੀਵੀ ਹੈ, ਤਾਂ ਅੱਜ ਵੀ ਜੇ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਲੈਂਦਾ ਹੈ, ਤਾਂ ਗੁਰੂ ਉਹਨੂੰ ਵਿਕਾਰਾਂ ਤੋਂ ਬਚਾ ਲਵੇਗਾ। ਉਹਦਾ ਜੀਵਨ ਜਿਹੜਾ ਹੈ ਸਫਲ ਹੋ ਜਾਏਗਾ, ਕੁਰਸੀ ਲਵੇਗਾ।
ਉਹਦਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਏਗਾ। ਗੁਰੂ ਤੋਂ ਬਿਨਾਂ ਸਾਨੂੰ ਹੋਰ ਨਹੀਂ ਕੋਈ ਬਚਾ ਸਕਦਾ। ਨਾਨਕ ਸੰਤ ਭਾਵੈ ਤਾਂ ਲੈ ਉਬਾਰ, ਜੇ ਗੁਰੂ ਨੂੰ ਪਾ ਜਾਏ, ਜੇ ਗੁਰੂ ਦੇ ਦੱਸੇ ਰਾਹਾਂ ਤੇ ਬੰਦਾ ਚੱਲੇ ਤਾਂ ਗੁਰੂ ਉਹਨੂੰ ਬਚਾ ਸਕਦਾ ਹੈ। ਇਸ ਲਈ ਅਸੀਂ ਇੱਕੋ ਹੀ ਮੈਂ ਬੇਨਤੀ ਆਪ ਦੇ ਚਰਨਾਂ ਵਿੱਚ ਕਰਾਂਗਾ ਕਿ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਇਹ ਪਾਤਸ਼ਾਹ, ਜੇ ਕੋਈ ਸਾਡੇ ਤੋਂ ਗਲਤੀ ਭੁੱਲ ਹੋਈ ਹੈ ਮੁਆਫ ਕਰੋ, ਤੇ ਅੱਗੇ ਤੋਂ ਅਸੀਂ ਗੁਰਮਤਿ ਦੇ ਰਾਸਤੇ ਤੇ ਚੱਲਣ ਦੀ ਪ੍ਰਤਿੱਗਿਆ ਕਰਦੇ ਹਾਂ। ਗੁਰੂ ਸਾਨੂੰ ਬਲ ਬਖਸ਼ੇਗਾ। ਉਹ ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ, ਅੱਗੋਂ ਰਾਸਤਾ ਸਾਨੂੰ ਮਿਲ ਜਾਏਗਾ। ਅਸੀਂ ਗੁਰੂ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਕਰੀਏ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀਏ, ਔਰ ਇਸ ਜੀਵਨ ਦੇ ਅੰਦਰ ਕੁਛ ਨਾ ਕੁਛ ਕਰ ਜਾਈਏ। ਜ਼ਿਆਦਾ ਨਹੀਂ ਤੇ 2 ਕੰਮਾਂ ਚੋਂ ਇੱਕ ਕੰਮ ਜ਼ਰੂਰ ਕਰ ਜਾਓ। ਜਾਂ ਤੇ ਕੁਛ ਐਸਾ ਲਿਖ ਜਾਓ ਕਿ ਲੋਕ ਪੜ੍ਹਦੇ ਰਹਿਣ, ਤੁਹਾਡੇ ਜਾਣ ਤੋਂ ਬਾਅਦ ਪੜ੍ਹਦੇ ਰਹਿਣ ਤੇ ਉਹਦੇ ਤੋਂ ਕੁਛ ਚੰਗੀ ਸਿੱਖਿਆ ਲੈਂਦੇ ਰਹਿਣ, ਤੇ ਜਾਂ ਫਿਰ ਗੁਰਮਤਿ ਆਸ਼ੇ ਅਨੁਸਾਰ ਐਸੀ ਜ਼ਿੰਦਗੀ ਜੀ ਜਾਓ ਕਿ ਤੁਹਾਡੇ ਮਰਨ ਤੋਂ ਬਾਅਦ ਲੋਕ ਤੁਹਾਡੇ ਬਾਰੇ ਲਿਖਦੇ ਰਹਿਣ ਕਿ ਫਲਾਂ ਬੰਦਾ ਐਸਾ ਸੀ। ਕੁਛ ਐਸਾ ਕਰ ਜਾਓ, ਐਸਾ ਲਿਖ ਜਾਓ ਕਿ ਲੋਕ ਪੜ੍ਹਦੇ ਰਹਿਣ, ਜਾਂ ਐਸਾ ਕਰ ਜਾਓ ਕਿ ਲੋਕ ਲਿਖਦੇ ਰਹਿਣ। ਇਸ ਲਈ ਇੱਥੇ ਸੰਤ ਦਾ ਮਤਲਬ ਹੈਗਾ ਗੁਰੂ। ਇੱਥੇ ਸੰਤ ਦਾ ਮਤਲਬ ਸੁਖਮਨੀ ਸਾਹਿਬ ਵਿੱਚ ਸੰਤ, ਸਾਧ ਜਾਂ ਬ੍ਰਹਮ ਗਿਆਨੀ ਜੋ ਸ਼ਬਦ ਆਏ ਨੇ, ਉਹਦਾ ਮਤਲਬ ਕੋਈ ਚੋਲੇ ਵਾਲਾ ਬਾਬਾ ਨਹੀਂ ਹੈ। ਇਹ ਚੀਜ਼ ਪੱਕੀ ਪੱਲੇ ਬੰਨ ਲੈਣੀ ਹੈ। ਸੰਤ ਦਾ ਮਤਲਬ ਇੱਥੇ ਹੈ ਗੁਰੂ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਜੋ ਗੁਰੂ ਦਾ ਨਿੰਦਕ ਹੈ ਉਹ ਪਸ਼ੂ ਦੁਨੀਆਂ ਵਿੱਚ ਪਵੇਗਾ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪਵੇਗਾ ਉਹਦਾ ਪਾਰ ਉਤਾਰਾ ਹੋਏਗਾ। ਇੱਥੇ ਸੰਤ ਸ਼ਬਦ ਕਿਸੇ ਬਾਬੇ ਵਾਸਤੇ ਨਹੀਂ ਵਰਤਿਆ, ਇਹ ਸੰਤ ਸ਼ਬਦ ਗੁਰੂ ਵਾਸਤੇ ਹੈ। ਔਰ ਸਾਡਾ ਇਮੋਸ਼ਨਲ ਬਲੈਕਮੇਲਿੰਗ ਕੀਤੀ ਗਈ, ਸਾਡਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਕੁਝ ਲੋਕਾਂ ਨੇ ਕੀਤਾ, ਉਹ ਇਸ ਕਰਕੇ ਸਾਡੀ ਗਲਤ ਇੰਟਰਪ੍ਰੀਟੇਸ਼ਨ ਕਰਕੇ ਅਸੀਂ ਪਾਵਨ ਬਾਣੀ ਨੂੰ ਆਪ ਸਮਝਣ ਦਾ ਯਤਨ ਨਹੀਂ ਕੀਤਾ। ਗੁਰੂ ਦੀ ਰਹਿਮਤ ਕਰਨ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਿਆ ਕਰ ਸਕੀਏ।